सतनाम वाहिगुरु साहिब जी। किरपा करो दीन के दाते, मेरा गुण अवगुण ना विचारो कोई। माटी का क्या तोपै स्वामी, मानस की गते ही। सोते अपराध करत है जेते, जननी चीत ना राखस तेते। रामैया हौ बारिक तेरा, काहे ना खंडस अवगुण मेरा। जे अत क्रोप करे करताया, तापि चेत ना राखस माया। चिंत पवन मन पर्यो हमारा, नाम बिना कैसे उतरस पारा। देह बिमल मत सदा शरीरा, सहज सहज गुण रवै कबीरा। बेसुमार अथाह अगनत अतुल्य, जो बुलावो त्यो नानक दास बोले। सतनाम वाहिगुरु साहिब जी। कबीर समुंद ना छोड़िए, जो अति खारो होए। पोखरे पोखर ढूंढते, पलो न कह है कोई। कबीर निगुसाई बह गए, थांगी नाही कोई। दीन गरीबी आपूनी, करते हुए सोय। कबीर बैसनों की कुकर पली, साकत की बुरी माय। ओह नित सुनै हर नाम जस, ओह पाप बिसाह न जाए। कबीर हर ना दूबला, एह हरियारा ताल। लाख अहेरी एक जियो, केता बंचो काल। लाख अहेरी एक जियो, केता बंचो काल। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज पतित पावन भगत विशल
ਰਾਜਾਨ ਰਾਜ ਪਾਨਹਨ ਭਾਨ। ਦੇਵਾਨ ਦੇਵ ਉਪਮਾ ਮਹਾਨ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਦਇਆ ਬਖਸ਼ਿਸ਼ ਹੈ, ਬੇਅੰਤ ਤਰਸ ਹੈ ਸਤਿਗੁਰੂ ਸਾਹਿਬ ਜੀ ਦਾ। ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਸਤ ਸੰਗਤ ਰੂਪ ਵਿੱਚ ਆਪਣੇ ਜੀਵਨ ਦੀ ਸਭ ਤੋਂ ਅਮੋਲਕ ਕਾਰ ਕਮਾਉਣ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਆਪ ਜੀ ਗੁਰੂ ਹਜ਼ੂਰੀ ਵਿੱਚ ਜੁੜ ਬੈਠ ਕੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਆਪਣੇ ਜੀਵਨ ਨੂੰ ਨਾਮ ਰਸ ਦੇ ਅਨੁਭਵ ਸਦਕਾ ਸਾਧਣ ਦਾ, ਸਕਾਰਥ ਕਰਨ ਦਾ ਨਿਰਮਲ ਯਤਨ ਕਰ ਰਹੇ ਸੀ। ਬੜੇ ਸੁਭਾਗਸ਼ਾਲੀ ਹੋ ਜੀ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ, ਤਿਨਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਲੜੀਵਾਰ ਸਲੋਕਾਂ ਦੀ ਵਿਆਖਿਆ ਸ਼ਰਵਣ ਕਰਕੇ ਵਿਚਾਰ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣਨ ਦਾ ਨਿਰਮਲ ਉਦਮ ਕਰ ਰਹੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਸਲੋਕਾਂ ਦੀ ਲੜੀਵਾਰ ਕਥਾ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਮਨ ਬਿਰਤੀਆਂ ਕਾਗਰਚਿਤ ਕਰਦਿਆਂ ਹੋਇਆਂ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸਮੁੰਦ ਨ ਛੋਡੀਐ, ਜੋ ਅਤਿ ਖਾਰੋ ਹੋਏ। ਭਗਤ ਕਬੀਰ ਸਾਹਿਬ ਜੀ ਲੜੀਵਾਰ ਸਲੋਕਾਂ ਦੇ ਅੰਤਰਗਤ ਪਿਛਲੇ ਸਲੋਕਾਂ ਦੇ ਵਿੱਚ ਬਖਸ਼ਿਸ਼ ਕੀਤੀ ਸੀ ਕਿ ਅਗਰ ਪ੍ਰਭੂ ਮਾਰਗ 'ਤੇ ਚੱਲ ਰਹੇ ਹਾਂ ਤਾਂ ਦੁਨੀਆਦਾਰੀ ਦੀ ਨਿੰਦਤਾਈ ਦੀ ਨਿੰਦਿਆ ਭਾਵ ਦੀ ਚਿੰਤਾ ਕਰਨੀ ਵਿਅਰਥ ਹੈ, ਕਿਉਂਕਿ ਜੋ ਪ੍ਰਭੂ ਮਾਰਗ 'ਤੇ ਚੱਲਦਾ ਹੈ ਉਸ ਨੂੰ ਹੀ ਪਤਾ ਹੈ, ਉਸ ਦੇ ਕੋਲ ਹੀ ਅਨੁਭਵ ਹੈ ਕਿ ਮਾਰਗ ਕਿੰਨਾ ਪ੍ਰਤੀਤ ਵਾਲਾ, ਕਿੰਨਾ ਸੁਹਾਵਣਾ ਅਤੇ ਕਿੰਨਾ ਆਤਮਿਕ ਸਕੂਨ ਵਾਲਾ ਹੈ। ਸੰਸਾਰ ਇਸ ਭਾਵ ਨੂੰ ਨਹੀਂ ਜਾਣ ਸਕਦਾ। ਇਸੇ ਪ੍ਰਕਾਰ ਜਿਹੜਾ ਸਰੀਰ ਰੂਪ ਹੈ ਇਹ ਸਮਾਂ ਪਾ ਕੇ ਅੱਗ ਦੇ ਅਧੀਨ ਹੋ ਕੇ ਬਿਨਸ ਜਾਂਦਾ ਹੈ, ਪਰ ਜਿਹੜਾ ਆਤਮ ਤੱਤ ਹੈ ਉਹ ਨਹੀਂ ਨਾਸ਼ਵਾਨ ਹੈ, ਉਹ ਸਦੀਵ ਹੀ ਰਹਿੰਦਾ ਹੈ। ਇਸ ਕਰਕੇ ਜਿਹੜੇ ਉਸ ਨਾਲ ਜੁੜ ਜਾਂਦੇ ਹਨ ਉਸ ਰੂਪ ਦੇ ਵਿੱਚ ਅਭੇਦ ਹੋ ਜਾਂਦੇ ਹਨ। ਉਹ ਮ੍ਰਿਤੂ ਦੇ ਕਾਲ ਦੇ ਸਾਰੇ ਡਰਾਂ ਤੋਂ ਮੁਕਤ ਹੋ ਜਾਂਦੇ ਹਨ। ਤਾਂ ਇਸੇ ਪ੍ਰਕਾਰ ਅੰਤਲੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਸੀ, ਕਬੀਰ ਥੋੜ੍ਹੈ ਜਲ ਮਾਸ਼ੁਲੀ, ਜਿਹੜਾ ਕੇਵਲ ਥੋੜ੍ਹੇ ਭੋਗਾਂ ਦੀ ਰਸਾਂ ਖਾਤਰ ਸੰਸਾਰ ਦੇ ਵਿੱਚ ਭਰਮ ਰਿਹਾ ਹੈ। ਗੁਰੂ ਸਾਹਿਬ ਜੀ ਕਹਿੰਦੇ ਕਾਲ ਦਾ ਖਤਰਾ ਟਲ ਹੈ, ਪਰ ਜੇ ਦੁਨਿਆਵੀ ਭੋਗਾਂ ਰਸਾਂ ਕਸ਼ਾਂ ਨੂੰ ਛੱਡ ਕੇ ਪਰਮ ਰਸ ਪਰਮੇਸ਼ਰ ਦੀ ਵਿਸ਼ਾਲਤਾ ਦੇ ਵਿੱਚ ਪ੍ਰਵੇਸ਼ ਕਰ ਜਾਏਗਾ ਤਾਂ ਕਾਲ ਦੇ ਖਤਰੇ ਤੋਂ ਮੁਕਤ ਹੋ ਸਕਦਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਸਮੁੰਦ ਨ ਛੋਡੀਐ, ਜੋ ਅਤਿ ਖਾਰੋ ਹੋਏ। ਦੁਨੀਆ ਦੇ ਵਿੱਚ ਜਿਹੜੀ ਵੀ ਸਾਨੂੰ ਆਨੰਦ ਦੇਣ ਵਾਲੀ ਕੋਈ ਸ਼ੈ ਹੁੰਦੀ ਹੈ ਜਾਂ ਜਿਹੜੀ ਵੀ ਚੀਜ਼ ਸਾਨੂੰ ਦੁੱਖ ਸੁੱਖ ਪਹੁੰਚਾਉਂਦੀ ਹੈ, ਆਰਾਮ ਪਹੁੰਚਾਉਂਦੀ ਹੈ, ਉਹਦਾ ਇੱਕ ਪੱਖ ਇਹ ਵੀ ਹੁੰਦਾ ਹੈ ਕਿ ਉਹ ਕਿਸੇ ਨਾ ਕਿਸੇ ਹੱਦ ਤੱਕ ਥੋੜ੍ਹਾ ਜਿਹਾ ਦੁਖਦ ਭਾਵ ਵੀ ਰੱਖਦੀ ਹੈ। ਦੁਖਦ ਭਾਵ ਦਾ ਮਤਲਬ ਇਹ ਹੈ ਕਿ ਉਹਦੇ ਸੁੱਖ ਦੇਣ ਦੇ ਨਾਲ ਨਾਲ ਬਹੁਤ ਕੋਈ ਨਾ ਕੋਈ ਥੋੜ੍ਹੀ ਮਾਤਰਾ ਵਿੱਚ ਦੁੱਖ ਵੀ ਉਪਜ ਰਿਹਾ ਹੁੰਦਾ ਅਤੇ ਉਹ ਉਹਦੇ ਨਾਲ ਹੀ ਚੱਲਣਾ ਹੁੰਦਾ। ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਸਮੁੰਦ ਨਾ ਛੋਡੀਐ, ਜੋ ਅਤਿ ਖਾਰੋ ਹੋਏ। ਹੁਣ ਛੋਟੇ ਜਿਹੇ ਛੱਪੜ ਨੂੰ ਛੱਡ ਕੇ ਸਮੁੰਦਰ ਦੇ ਵਿੱਚ ਪ੍ਰਵੇਸ਼ ਕਰ ਗਏ ਹਾਂ ਤਾਂ ਹੁਣ ਸਮੁੰਦਰ ਦੀ ਇੱਕ ਤਾਂ ਵਿਸ਼ਾਲਤਾ ਹੈ, ਇੱਕ ਉਹਦੀ ਗਹਿਰਾਈ ਹੈ। ਇਸ ਤਰ੍ਹਾਂ ਉਹਦਾ ਆਪਣਾ ਇੱਕ ਬੜੀ ਵੱਡੀ ਮਹੱਤਤਾ ਹੈ, ਪਰ ਉਹਦਾ ਇੱਕ ਆਪਣਾ ਜਿਹੜਾ ਦੁਖਦ ਭਾਵ ਇਹ ਹੈ ਕਿ ਸਮੁੰਦਰ ਦਾ ਪਾਣੀ ਅਕਸਰ ਖਾਰਾ ਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਰ ਏਡੀ ਵੱਡੀ ਵਿਸ਼ਾਲਤਾ, ਏਡੀ ਵੱਡੀ ਗਹਿਰਾਈ ਮਿਲ ਰਹੀ ਹੈ, ਏਡੀ ਵੱਡੀ ਸੁਰੱਖਿਆ ਮਿਲ ਰਹੀ ਹੈ ਸਮੁੰਦਰ ਦੇ ਵਿੱਚ, ਅਤੇ ਜੇ ਉਹ ਖਾਰਾ ਹੈ ਤਾਂ ਵੀ ਉਹਨੂੰ ਛੱਡਣਾ ਨਹੀਂ ਚਾਹੀਦਾ।
ਦੂਜੇ ਪਾਸੇ ਫਰਮਾਉਂਦੇ ਹਨ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹ ਹੈ ਕੋਈ। ਕਹਿੰਦੇ ਅਗਰ ਕੋਈ ਤੈਰਾਕ ਕਿਸੇ ਸਮੁੰਦਰ ਦੇ ਵਿੱਚ ਤਾਰੀ ਲਗਾ ਕੇ ਜਾਂ ਕੋਈ ਗੋਤਾਖੋਰ ਉਹਦੀ ਤਹਿ ਤੱਕ ਪੁੱਜ ਕੇ ਫਿਰ ਵਾਪਸ ਆ ਜਾਵੇ ਤਾਂ ਉਹਨੂੰ ਚੰਗਾ ਮੰਨਿਆ ਜਾਂਦਾ ਹੈ। ਜੇ ਕੋਈ ਛੱਪੜਾਂ ਦੇ ਵਿੱਚ ਤਾਰੀਆਂ ਲਾਉਂਦਾ ਫਿਰੇ ਜਾਂ ਕਿਸੇ ਪ੍ਰਕਾਰ ਇਵੇਂ ਭਰਮਦਾ ਰਹੇ, ਉਹਨੂੰ ਕੋਈ ਬਹੁਤਾ ਉੱਤਮ ਜਾਂ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਦੁਆਰਾ ਬਖਸ਼ਿਸ਼ ਕਰਦੇ ਹਨ। ਵਿਚਾਰ ਦੇ ਨੁਕਤੇ ਤੋਂ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ ਜੀ। ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਕਬੀਰ ਸਮੁੰਦ ਨਾ ਛੋਡੀ ਹੈ। ਸਮੁੰਦ ਸ਼ਬਦ ਅਕਾਲ ਪੁਰਖ ਦੀ ਵਿਆਪਕਤਾ ਅਤੇ ਵਿਸ਼ਾਲਤਾ ਲਈ ਵਰਤਿਆ ਹੈ। ਇਹਦੇ ਵਿੱਚ ਇੱਕ ਨੁਕਤਾ ਗੁਹਜ ਹੈ ਕਿ ਜਦ ਅਸੀਂ ਅਕਾਲ ਪੁਰਖ ਨੂੰ ਸਰਵ ਵਿਆਪਕ ਜਾਂ ਸਰਬ ਘਟੀ ਵਸਿਆ ਆਖਦੇ ਹਾਂ ਤਾਂ ਇਹਦਾ ਭਾਵ ਇਹ ਹੈ ਕਿ ਜੇ ਉਹ ਸਭ ਜਗ੍ਹਾ ਵਿਆਪਕ ਹੈ, ਇਹਦਾ ਮਤਲਬ ਉਹਦਾ ਕਿਰਪਾਮਈ ਸਰੂਪ, ਦਾਤਾਰ ਸਰੂਪ, ਪ੍ਰਤਪਾਲਕ ਸਰੂਪ ਵੀ ਬੜਾ ਵਿਸ਼ਾਲ ਹੈ। ਪਰ ਸਾਡੀ ਫਿਤਰਤ ਕੀ ਹੈ, ਜੋ ਅਤ ਖਾਰੋ ਹੋਏ, ਕਿ ਜਦੋਂ ਕੋਈ ਬਿਲਕੁਲ ਅਕਾਲ ਪੁਰਖ ਦਾ ਵਿਸ਼ਵਾਸੀ ਹੋ ਕੇ ਰੱਬੀ ਮਾਰਗ 'ਤੇ ਚੱਲਦਾ ਹੈ ਅਤੇ ਕਈ ਵਾਰੀ ਉਵੇਂ ਨਹੀਂ ਵਾਪਰਦਾ ਜਿਵੇਂ ਮਨੁੱਖ ਮੰਨ ਕੇ ਚੱਲ ਰਿਹਾ ਹੁੰਦਾ ਹੈ। ਜਿਵੇਂ ਕਈ ਵਾਰੀ ਬਹੁਤ ਐਸੇ ਸਿਲਸਿਲੇ ਦੇਖਣ ਵਿੱਚ ਆਉਂਦੇ ਨੇ ਕਿ ਉਂਝ ਮਨੁੱਖ ਪਹਿਲਾਂ ਉਹ ਮਨਮੁਖੀ ਜਿਹਾ ਜੀਵਨ ਜਿਉ ਰਹੇ ਸਨ, ਥੋੜ੍ਹੀ ਬਹੁਤੀ ਜੀ ਧਾਰਮਿਕਤਾ ਸੀ ਉਹਦੇ ਵਿੱਚ, ਥੋੜ੍ਹਾ ਬਹੁਤਾ ਜਿਹਾ ਧਰਮ ਦੇ ਮਾੜੇ ਮੋਟੇ ਜਿਹੇ ਕਰਮ ਸਨ, ਤਾਂ ਉਹਨਾਂ ਨੂੰ ਲੱਗਦਾ ਸੀ ਕਿ ਜੀਵਨ ਦੇ ਵਿੱਚ ਉਹ ਸਾਰੇ ਸੁੱਖ ਆਨੰਦ ਜੇ ਮਿਲਦੇ ਜਾ ਰਹੇ ਸਨ। ਜਦੋਂ ਬਿਲਕੁਲ ਇਕਾਗਰ ਹੋ ਕੇ, ਸ਼ੁੱਧ ਹੋ ਕੇ ਜਾਂ ਬਿਲਕੁਲ ਦ੍ਰਿੜ੍ਹ ਭਾਵ ਦੇ ਨਾਲ ਪ੍ਰਭੂ ਮਾਰਗ ਨੂੰ ਚੁਣ ਲਿਆ ਤਾਂ ਉਦੋਂ ਉਹਨਾਂ ਦਾ ਐਸਾ ਅਨੁਭਵ ਬਣਿਆ ਕਿ ਬਹੁਤ ਸਾਰੇ ਦੁੱਖ ਵੀ ਉਹਨਾਂ ਦੇ ਜੀਵਨ ਦੇ ਵਿੱਚ ਆਉਣੇ ਸ਼ੁਰੂ ਹੋ ਗਏ। ਤਾਂ ਫਿਰ ਇਸ ਦੁਬਿਧਾ ਤੋਂ ਕਈ ਤਾਂ ਉੱਭਰ ਜਾਂਦੇ ਨੇ, ਕਈਆਂ ਕੋ ਨਹੀਂ ਉੱਭਰਿਆ ਜਾਂਦਾ। ਉਹ ਸਮਝਦੇ ਨੇ ਕਿ ਸ਼ਾਇਦ ਇਹ ਮਾਰਗ ਚੁਣਨਾ ਮੇਰੇ ਲਈ ਗਲਤ ਹੈ, ਉਹ ਛੱਡ ਬੈਠਦੇ ਹਨ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਸਮੁੰਦਰ 'ਚ ਪ੍ਰਵੇਸ਼ ਹੀ ਕਰ ਗਏ, ਹੁਣ ਇਹ ਵੀ ਦੇਖੋ ਨਾ ਕਿ ਸਮੁੰਦਰ ਦੇ ਵਿੱਚ ਵੜ ਗਏ ਆ ਅਤੇ ਇੱਥੇ ਕਿਸੇ ਮਛੇਰੇ ਨੇ ਆ ਕੇ ਜਾਲ ਪਾ ਕੇ ਪਕੜ ਨਹੀਂ ਸਕਦਾ। ਅਤੇ ਹੁਣ ਜੇ ਮੰਨ ਲਓ ਜੇ ਉੱਪਰਲੇ ਤਲ 'ਤੇ ਕੋਈ ਖਤਰਾ ਹੈ ਸਮੁੰਦਰ ਦੇ, ਇਹਦੀ ਤਹਿ ਤੱਕ ਚਲੇ ਜਾਓ, ਇਹਦੀ ਤਹਿ 'ਤੇ ਕੋਈ ਨਹੀਂ ਪੁੱਜ ਸਕੇਗਾ। ਸਮੁੰਦਰ ਦਾ ਵੱਡਾ ਲਾਭ ਇਹ ਹੈ, ਅਤੇ ਪਰ ਜੇ ਇਸ ਲਾਭ ਦੇ ਬਦਲੇ ਖਾਰਾਪਣ ਹੈ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੰਨੇ ਕੁ ਖਾਰੇਪਣ ਕਰਕੇ ਜਿਹੜਾ ਹੈ ਸਮੁੰਦਰ ਨਹੀਂ ਛੱਡਿਆ ਜਾ ਸਕਦਾ। ਇਸ ਗੱਲ ਦਾ ਭਾਵ ਨੁਕਤਾ ਇਹ ਬਣਦਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਮੁੰਦ ਨਾ ਛੋਡੀ ਹੈ, ਕਿ ਜਦੋਂ ਹੁਣ ਪ੍ਰਭੂ ਮਾਰਗ ਨੂੰ ਧਾਰਨ ਕਰ ਲਿਆ ਹੈ, ਹੁਣ ਇੱਕ ਪਾਸੇ ਕਿਉਂਕਿ ਇਹ ਵਿਸ਼ਵਾਸ ਦੇ ਵਿੱਚ ਸਫ਼ਰ ਕਰਨਾ ਪੈਂਦਾ ਹੈ। ਅਗਰ ਮਨੁੱਖ ਵਿਸ਼ਵਾਸ ਛੱਡ ਦੇ ਪ੍ਰਭੂ ਮਾਰਗ 'ਤੇ ਤਾਂ ਜਿਹੜਾ ਉਹਨੂੰ ਖਾਰੇਪਣ ਦਾ ਭਾਵ ਕਿ ਜਿਹੜਾ ਭਾਣੇ ਰੂਪ ਕਰਕੇ ਦੁੱਖ ਪ੍ਰਾਪਤ ਹੋਣੇ ਨੇ ਜਾਂ ਜਿਹੜੀਆਂ ਜੀਵਨ ਦੀਆਂ ਪ੍ਰਤੀਕੂਲ ਹਾਲਾਤਾਂ ਦੇ ਨਾਲ ਉਹਦਾ ਸਾਹਮਣਾ ਹੋਣਾ ਹੈ, ਉਹ ਉਹਨੂੰ ਖਾਰੀਆਂ ਲੱਗਣੀਆਂ ਹਨ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਸਮੁੰਦਰ ਦੀ ਗਹਿਰਾਈ ਦਾ ਗਿਆਨ ਹੋਏਗਾ, ਉਹ ਇਹ ਵੀ ਗੱਲ ਜਾਣ ਲੈਂਦੇ ਹਨ ਕਿ ਇਸ ਖਾਰੇਪਣ ਨੂੰ ਪ੍ਰਵਾਨ ਕਰਨਾ ਠੀਕ ਹੈ। ਇਸ ਰੋਗ ਦੇ ਭਾਵ ਨੂੰ ਇਹੋ ਵੀ ਸਮਝਿਆ ਜਾ ਸਕਦਾ। ਵੈਸੇ ਵੀ ਸਾਡੀ ਜਿਵੇਂ ਸਾਡੀ ਮਾਨਸਿਕਤਾ ਹੈ, ਅਸੀਂ ਜਿਹੜੇ ਧਰਮ ਦੇ ਖੇਤਰ ਵਿੱਚ ਵਿਚਰਦੇ ਹਾਂ, ਅਸੀਂ ਕਦੇ ਪਰਮ ਤੱਤ ਨੂੰ ਪੂਜਾ ਦਾ ਹਿੱਸਾ ਨਹੀਂ ਬਣਾਉਂਦੇ। ਹਮੇਸ਼ਾ ਉਹਨੂੰ ਅਸੀਂ ਕਦੇ ਕੈਟੇਗਰਾਈਜ਼ ਕਰਕੇ ਛੋਟੀ ਛੋਟੀ ਕੈਟਾਗਰੀ 'ਚ ਵੰਡ ਕੇ ਅਤੇ ਜਿੰਨਾ ਕੁ ਸਾਨੂੰ ਸਹੂਲਤ ਅਨੁਸਾਰ ਲੱਗੇ ਉਹਨਾਂ ਕੀ ਪੂਜਣਾ ਚਾਹੁੰਦੇ ਹਾਂ। ਇਸ ਪ੍ਰਕਾਰ ਜਿਵੇਂ ਹੁਣ ਦੁਨੀਆ ਭਰ ਦੇ ਨਾਲ ਇਹ ਨਹਿਰਾਂ ਜਾਂ ਹੋਰ ਛੋਟੀਆਂ ਜਿਹੜੀਆਂ ਨਹਿਰਾਂ ਜਾਂ ਇਸ ਤਰ੍ਹਾਂ ਦੇ ਹਨ ਨਦੀਆਂ, ਇਹ ਇੱਕ ਵੱਡੇ ਮਹਾਸਾਗਰਾਂ 'ਚੋਂ ਨਿਕਲਦੀਆਂ ਹਨ। ਹੁਣ ਕੋਈ ਮਨੁੱਖ ਕਿਸੇ ਨਾਲੇ ਦੇ ਨਾਲ ਜੁੜਿਆ ਹੈ ਅਤੇ ਉਹ ਕਵੇ ਨਾਲਾ ਹੀ ਉੱਤਮ ਹੈ ਜਾਂ ਨਾਲਾ ਹੀ ਅੰਤਮ ਹੈ, ਤਾਂ ਉਸ ਇਨਸਾਨ ਨੂੰ ਕਿ ਇਹ ਤਾਂ ਕਿਹਾ ਜਾ ਸਕਦਾ ਕਿ ਉਹਦੇ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਠੀਕ ਹੈ, ਪਰ ਕਿਹਾ ਜਾਏਗਾ ਕਿ ਜਿੱਥੋਂ ਇਹ ਨਾਲਾ ਪੈਦਾ ਹੋਇਆ ਉਹ ਮਹਾਸਾਗਰ ਹੈ, ਅਤੇ ਜੇ ਤੇਰੀ ਮਹਾਸਾਗਰ ਤੱਕ ਪਹੁੰਚ ਰਹੇਗੀ ਤਾਂ ਠੀਕ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਮੁੰਦ ਨਾ ਛੋਡੀ ਹੈ। ਹੁਣ ਦੂਜੀ ਗੱਲ, ਸਮੁੰਦ ਸ਼ਬਦ ਵਰਤਨ ਦਾ ਭਗਤ ਕਬੀਰ ਸਾਹਿਬ ਜੀ ਦਾ ਇੱਕ ਹੋਰ ਵੀ ਅਰਥ ਹੈ ਕਿ ਜਦੋਂ ਕੋਈ ਹੁਣ ਕਿੰਨੀ ਗੰਦਗੀ ਹੈ ਜਿਹੜਾ ਮਨੁੱਖ ਦਰਿਆ ਦੇ ਵਿੱਚ, ਸਮੁੰਦਰਾਂ ਦੇ ਵਿੱਚ ਵਹਾ ਦਿੰਦਾ ਹੈ, ਪਰ ਸਮੁੰਦਰ ਫਿਰ ਉਹਨੂੰ ਜਜ਼ਬ ਕਰਕੇ ਉਹਨੂੰ ਕੇਵਲ ਖਾਰਾ ਭਾਵੇਂ ਰਹਿਣ ਦਿੰਦੇ ਹਨ, ਪਰ ਬਾਕੀ ਉਹਦੇ ਸਾਰੀ ਗੰਦਗੀ ਦਾ ਭਾਵ ਮਿਟਾ ਦਿੰਦੇ ਹਨ। ਇਹਦਾ ਮਤਲਬ ਜਦੋਂ ਜੀਵ ਸਾਰੇ ਅਵਗੁਣਾ ਸਹਿਤ, ਕਿਉਂਕਿ ਹੁਣ ਜਦੋਂ ਕੋਈ ਧਰਮ ਦੀ ਸਾਧਨਾ ਆਰੰਭ ਕਰਦਾ ਹੈ, ਜ਼ਰੂਰੀ ਨਹੀਂ ਕਿ ਉਹ ਬੜੇ ਗੁਣਾਂ ਵਾਲਾ ਹੋਵੇ ਜਾਂ ਬੜਾ ਪਵਿੱਤਰ ਹੋਵੇ ਜਾਂ ਬੜਾ ਪਾਵਨ ਹੋਵੇ, ਬੜੀ ਸ਼ੁੱਧਤਾ ਵਾਲਾ ਹੋਵੇ। ਯਕੀਨਨ ਮਨੁੱਖ ਦੇ ਹਿਰਦੇ ਕੁਝ ਨਾ ਕੁਝ ਮਲੀਨਤਾ ਤਾਂ ਹੁੰਦੀ ਹੈ,
ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਇਸ ਪ੍ਰਕਾਰ ਉਹ ਸਮੁੰਦਰ ਸਰੂਪ ਦਾ ਆਸਰਾ ਲੈਣਾ ਸ਼ੁਰੂ ਕਰ ਦੇਗਾ ਤਾਂ ਉਹਦੇ ਵਿੱਚ ਪ੍ਰਵੇਸ਼ ਪਾ ਜਾਏਗਾ ਅਤੇ ਮਨੁੱਖ ਦੀ ਜਿਹੜੀ ਆਪਣੀ ਮੈਲ ਹੈ ਉਹ ਵੀ ਹਰੀ ਜਾਏਗੀ। ਬੇਸ਼ੱਕ ਉਹਦੇ ਵਿੱਚ ਭਾਵੇਂ ਖਾਰਾਪਣ ਹੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਵੇ, ਭਾਵੇਂ ਉਹਦੇ ਵਿੱਚ ਖਾਰਾਪਣ ਕਿੰਨਾ ਹੋਰ ਦੂਜਾ ਭਾਵ ਇਹ ਸ਼ਬਦ ਦਾ, ਕਬੀਰ ਸਮੁੰਦ ਨਾ ਛੋਡੀਐ। ਜਦੋਂ ਪ੍ਰਭੂ ਮਾਰਗ ਦੀ ਪ੍ਰਾਪਤੀ 'ਤੇ ਚੱਲਦੇ ਹਾਂ ਕਿ ਆਪਣੇ ਦੇਹ ਦੇ ਇਸ ਆਕਾਰ ਨੂੰ ਛੱਡ ਕੇ, ਜਿਹੜਾ ਛੋਟਾ ਹੈ, ਜਿਹੜਾ ਕਾਲ ਦੇ ਅਧੀਨ ਹੈ, ਜਿਹਦੇ ਉੱਪਰ ਮਾਇਆ ਦਾ ਪ੍ਰਭਾਵ ਹੈ, ਇਸ ਆਕਾਰ ਨੂੰ ਛੱਡ ਕੇ ਪ੍ਰਭੂ ਵਿੱਚ ਮਹਾਰੂਪ ਦੇ ਵਿੱਚ ਅਭੇਦ ਹੋਣਾ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਅਤ ਖਾਰੋ ਹੋਏ। ਤਾਂ ਉਹਦੇ ਲਈ ਜਿਹੜਾ ਸਿਮਰਨ ਦਾ ਢੰਗ ਚੁਣਿਆ ਜਾਂਦਾ ਉਹ ਵੀ ਅਲੂਣੀ ਸਿੱਲ ਵਰਗਾ ਹੁੰਦਾ, ਖਾਰਾ ਹੀ ਹੁੰਦਾ ਹੈ। ਕਿ ਜਦੋਂ ਮਨੁੱਖ ਦੇ ਅੰਦਰ ਪ੍ਰਭੂ ਦੇ ਮਿਲਾਪ ਦੀ ਅਧਿਆਤਮਿਕ ਪ੍ਰੇਰਣਾ ਜਾਗਦੀ ਹੈ ਤਾਂ ਉਹ ਸਿਮਰਨ ਦੇ ਮਾਰਗ ਦੁਆਰਾ ਉਹਦੇ ਵਿੱਚ ਅਭੇਦ ਹੋਣ ਦਾ ਯਤਨ ਕਰਦਾ ਹੈ। ਅਤੇ ਪਹਿਲੇ ਤਲ 'ਤੇ ਜਿਹੜੀ ਸਿਮਰਨ ਦੀ ਸਾਧਨਾ ਹੈ ਉਹ ਅਲੂਣੀ ਹੀ ਹੁੰਦੀ ਹੈ ਕਿ ਮਨੁੱਖ ਕਈ ਮਹੀਨੇ ਕਰਦਾ ਰਹਿੰਦਾ ਹੈ, ਕੋਈ ਉਹਦੇ ਵਿੱਚ ਰਸ ਦਾ ਵਿਧਾਨ ਨਹੀਂ ਵਾਪਰਦਾ, ਫਿਰ ਹੌਲੀ ਹੌਲੀ ਜਾ ਕੇ ਰਸ ਦਾ ਵਿਧਾਨ ਵਾਪਰਦਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਜਿਹੜਾ ਪ੍ਰਭੂ ਪ੍ਰਾਪਤੀ ਦਾ ਮਾਰਗ ਹੈ ਕਿ ਉਹ ਖਾਰੇਪਣ ਵਾਲਾ ਹੈ, ਪਰ ਖਾਰੇਪਣ ਵਾਲੇ ਹੋਣ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਛੱਡ ਦਿੱਤਾ ਜਾਵੇ। ਕਹਿੰਦੇ ਇਸੇ ਪ੍ਰਕਾਰ ਪੋਖਰ ਪੋਖਰ ਢੂੰਡਤੇ ਭਲੋ ਨ ਕਹੈ ਕੋਏ। ਇੱਕ ਪਾਸੇ ਸਾਡੇ ਕੋਲ ਵਿਕਲਪ ਹੈ ਕਿ ਸਾਗਰ ਦੇ ਵਿੱਚ ਪ੍ਰਵੇਸ਼ ਕਰ ਜਾਈਏ, ਜਿਹੜੇ ਮਾਇਆ ਰੂਪ ਮਛੇਰਿਆਂ ਦੀ ਮਾਰ ਤੋਂ ਬਚ ਜਾਵਾਂਗੇ ਸਾਗਰ ਦੀ। ਔਰ ਦੂਜੀ ਗੱਲ, ਜਦੋਂ ਸਮੁੰਦ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਵਰਤਿਆ ਤਾਂ ਇਹਦਾ ਇੱਕ ਭਾਵ ਹੋਰ ਵੀ ਬਣਦਾ ਹੈ ਕਿ ਜਿਹੜਾ ਸਮੁੰਦਰ ਹੈ ਉੱਪਰੀ ਤਲ 'ਤੇ ਭਾਵੇਂ ਖਾਰਾ ਹੈ, ਪਰ ਜਿਹੜੇ ਮੋਤੀ ਜਾਂ ਹੀਰੇ ਜਵਾਹਰਾਤ ਆਦਿਕ ਹੁੰਦੇ ਹਨ ਉਹਦੀ ਸਤਹ ਦੇ ਭਾਵ ਬੜੀ ਗਹਿਰਾਈ 'ਤੇ ਪਾਏ ਜਾਂਦੇ ਹਨ। ਇਸੇ ਇੱਕ ਪ੍ਰਕਾਰ ਜਦੋਂ ਪ੍ਰਭੂ ਮਾਰਗ 'ਤੇ ਚੱਲਦੇ ਹਾਂ, ਪਹਿਲੀ ਜਿਹੜਾ ਸਾਡਾ ਜੀਵਨ ਹੈ ਜਾਂ ਅਨੁਭਵ ਹੈ ਉਹੀ ਖਾਰਾ ਹੁੰਦਾ ਹੈ। ਜਿਉਂ ਗਹਿਰੇ ਚਲੇ ਜਾਂਦੇ ਹਾਂ ਉਹ ਅਤ ਮਿਠਾਸ ਭਰਿਆ ਹੋ ਜਾਂਦਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਆਖਦੇ ਨੇ ਪੋਖਰ ਪੋਖਰ ਢੂੰਡਤੇ ਭਲੋ ਨਾ ਕਹੈ ਕੋਏ। ਦੁਨੀਆ ਦਾ ਕੋਈ ਐਸਾ ਛੱਪੜ ਨਹੀਂ ਹੋਏਗਾ ਜਿਹੜਾ ਬੜਾ ਸਾਫ ਸੁਥਰਾ ਹੋਵੇ ਜਾਂ ਜਿੱਥੋਂ ਦਾ ਜਲ ਬੜਾ ਪ੍ਰਯੋਗ ਹੋਵੇ ਜਾਂ ਉੱਥੇ ਵਿੱਚ ਉਹਦੇ ਵਿੱਚ ਸਾਰੇ ਜੀਵ ਵਾਸ ਕਰ ਸਕਣ ਜਲ ਵਾਲੇ, ਐਸਾ ਨਹੀਂ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੋਖਰ ਪੋਖਰ ਢੂੰਡਤੇ। ਪਰ ਮਨੁੱਖ ਦੀ ਫਿਤਰਤ ਕੀ ਹੈ ਕਿ ਛੋਟੇ ਛੋਟੇ ਦਾਇਰਿਆਂ ਦੇ ਵਿੱਚ ਰਹਿਣਾ। ਹੁਣ ਜਦੋਂ ਪੋਖਰ ਪੋਖਰ ਸ਼ਬਦ 2 ਵਾਰੀ ਭਗਤ ਕਬੀਰ ਸਾਹਿਬ ਜੀ ਨੇ ਵਰਤਿਆ ਤਾਂ ਇਹਦਾ ਭਾਵ ਕੀ ਹੈ ਕਿ ਮਨੁੱਖ ਕਦੇ ਵੀ ਉਚੇਰੇ ਰਸ ਨੂੰ ਪ੍ਰਵਾਨ ਕਰਨ ਦੀ ਬਜਾਏ ਛੋਟਿਆਂ ਦੇ ਨਾਲ ਆਪਣਾ ਤਵਾਜ਼ਨ ਬਣਾ ਲੈਂਦਾ ਹੈ। ਹੁਣ ਇੱਕ ਪਾਸੇ ਦੇ ਕੋਲੋਂ ਵਿਕਲਪ ਹੈ ਕਿ ਸਮੁੰਦਰ ਦੀ ਸਤਹ ਦੇ ਵਿੱਚ ਸ਼ਾਮਲ ਹੋ ਜਾਏ ਅਤੇ ਉਹਦੀ ਗਹਿਰਾਈ 'ਤੇ ਜਾ ਕੇ ਮੋਤੀ ਪ੍ਰਾਪਤ ਕਰੇ, ਪਰ ਇਹਨੂੰ ਇਹ ਮਨਜ਼ੂਰ ਨਹੀਂ ਹੈ ਕਿਉਂਕਿ ਜੋਖਮ ਭਰਿਆ ਹੈ। ਇਹਨੂੰ ਇਹ ਮਨਜ਼ੂਰ ਹੈ ਮਨੁੱਖ ਨੂੰ ਕਿ ਮੈਨੂੰ ਥੋੜ੍ਹਾ ਮਨ ਦਾ ਹੁਲਾਸ ਜਿਹਾ ਆਉਂਦਾ ਰਹੇ, ਥੋੜ੍ਹਾ ਜੀਵਨ ਦਾ ਹੁਲਾਸਪੁਣਾ ਜਿਹਾ ਬਣਿਆ ਰਹੇ, ਭੋਗਾਂ ਵਿਕਾਰਾਂ ਦੇ ਥੋੜ੍ਹੇ ਜਿਹੇ ਰਸ ਆਉਂਦੇ ਰਹਿਣ ਅਤੇ ਮੈਨੂੰ ਬਸ ਇੰਨੇ ਕੁ ਨਾਲ ਹੀ ਠੀਕ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਲੋ ਨਾ ਕਹੈ ਕੋਏ। ਅਤੇ ਜੇ ਇੱਥੋਂ ਹੀ ਤੱਕ ਮਨੁੱਖ ਸੀਮਤ ਹੈ ਅਤੇ ਗੱਲ ਭਲੀ ਨਹੀਂ ਕਹੀ ਜਾ ਸਕਦੀ। ਕਿਉਂਕਿ ਬਾਬਾ ਗੁਰਬਾਣੀ 'ਚ ਵਾਕ ਆਉਂਦਾ ਨਾ, ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਚਿੱਕੜ ਡੁੱਬਿਆ ਹੱਥ, ਕਿ ਅਗਰ ਬਹੁਤ ਜ਼ਿਆਦਾ ਛੱਪੜ ਨੂੰ ਗਹਿਰਾਈ ਤੱਕ ਫੋਲ ਵੀ ਲਿਆ ਜਾਵੇ, ਬੜਾ ਗਹਿਰਾਈ ਤੱਕ ਖੋਦ ਵੀ ਲਿਆ ਜਾਵੇ ਅਤੇ ਕੀ ਹੱਥ ਆਏਗਾ, ਚਿੱਕੜ ਹੀ ਹੱਥ ਆਏਗਾ। ਅਤੇ ਇਸੇ ਪ੍ਰਕਾਰ ਜੇ ਸਮੁੰਦਰ ਨੂੰ ਗਹਿਰਾ ਖੋਜਾਂਗੇ, ਪ੍ਰਭੂ ਪ੍ਰੀਤ ਦੇ ਪ੍ਰਭੂ ਭਗਤੀ ਦੇ ਮਾਰਗ 'ਤੇ ਚੱਲ ਕੇ ਆਪਣੇ ਮਨ ਦੀ ਗਹਿਰਾਈ ਦੇ ਤਲ 'ਤੇ ਜਾ ਕੇ ਖੋਜਾਂਗੇ ਅਤੇ ਨਾਮ ਰਤਨ ਪ੍ਰਾਪਤ ਹੋਏਗਾ, ਜਿਹੜਾ ਜੀਵਨ ਦਾ ਟਿਕਾਅ ਬਣਾਉਣ ਵਾਲਾ ਹੈ, ਜੀਵਨ ਦਾ ਪਰਮ ਸਕੂਨ ਪੈਦਾ ਕਰਨ ਵਾਲਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ। ਹੁਣ ਇਸੇ ਪ੍ਰਕਾਰ ਇਸ ਦਾ ਇੱਕ ਲੌਕਿਕ ਪ੍ਰਮਾਣ ਆਪਦੇ ਸਰਮੁਖ ਰੱਖਾ ਤਾਂ ਕਿ ਗੱਲ ਵਧੀਕ ਸਪਸ਼ਟ ਹੋ ਜਾਏ। ਹੁਣ ਭਗਤ ਕਬੀਰ ਸਾਹਿਬ ਜੀ ਨੇ ਵਰਤਿਆ ਕਬੀਰ ਸਮੁੰਦ ਨਾ ਛੋਡੀਐ। ਕਹਿੰਦੇ ਕੋਈ ਜਗਿਆਸੂ ਕਿਸੇ ਸੰਤ ਪੁਰਖ ਦੀ ਪ੍ਰੇਰਣਾ ਦੇ ਨਾਲ ਪ੍ਰਭੂ ਮਾਰਗ 'ਤੇ ਚੱਲ ਪਿਆ, ਪ੍ਰਭੂ ਮਾਰਗ 'ਤੇ ਚੱਲ ਪਿਆ, ਜੀਵਨ ਦੇ ਵਿੱਚ ਵਿਪਦਾ ਆਉਣੀਆਂ ਸ਼ੁਰੂ ਹੋ ਗਈਆਂ। ਤਾਂ ਇਸੇ ਪ੍ਰਕਾਰ ਜਦੋਂ ਸਤ ਸੰਗਤ ਵਿੱਚ ਜਾਇਆ ਕਰੇ, ਰਸਤੇ ਦੇ ਵਿੱਚ ਕਦੀ ਪ੍ਰਕਿਰਤੀ ਦੇ ਵਰਖਾ ਆਦਿਕ ਦੇ ਹਾਲਾਤ, ਕਦੀ ਜੰਗਲੀ ਜੀਵਾਂ ਦਾ ਡਰ, ਕਦੀ ਕੁਝ, ਉਹ ਬੜੇ ਡਰਾਂ ਦਾ ਸਾਹਮਣਾ ਕਰਕੇ ਸਤ ਸੰਗਤ ਵਿੱਚ ਪਹੁੰਚਿਆ ਕਰੇ। ਤਾਂ ਇੱਕ ਦਿਨ ਉਹਨੇ ਸੰਤ ਪੁਰਖਾਂ ਦੇ ਨਾਲ ਆਪਣੀ ਵਿਥਿਆ ਸਾਂਝੀ ਕੀਤੀ
ਕਿ ਜੀ ਮੈਂ ਇੱਥੇ ਸਤ ਸੰਗਤ ਵਿੱਚ ਆਉਣਾ, ਮੈਨੂੰ ਬੜੀਆਂ ਮੁਸ਼ਕਲਾਂ ਝਾਕ ਕੇ ਆਉਣੀਆਂ ਪੈਂਦੀਆਂ ਹਨ। ਤਾਂ ਭਗਤ ਉਹਨਾਂ ਸੰਤ ਪੁਰਖਾਂ ਨੇ ਕਿਹਾ ਕਿ ਜਿਹੜਾ ਕੋਈ ਵੀ ਗਹਿਣਾ ਹੈ ਜਾਂ ਕੋਈ ਵੀ ਵਸਤ ਹੈ, ਉਹ ਰਗੜਾ ਖਾ ਕੇ ਤੇ ਬੜੀ ਵਾਰੀ ਉਹ ਬੜੇ ਮੁਸ਼ਕਿਲ ਪ੍ਰੋਸੈਸ ਦੇ ਵਿੱਚੋਂ ਗੁਜ਼ਰ ਕੇ ਫਿਰ ਆਪਣੀ ਸ਼ੁੱਧਤਾ ਤੱਕ ਪਹੁੰਚਦੀ ਹੈ। ਜਿਵੇਂ ਸੋਨੇ ਦਾ ਮੂਲ ਸਰੂਪ ਕਾਲਾ ਹੁੰਦਾ ਹੈ, ਪਰ ਉਹਨੂੰ 4 ਵਾਰੀ ਅੱਗ ਦੇ ਵਿੱਚ ਜਲਣਾ ਪੈਂਦਾ ਹੈ। ਜਦੋਂ ਪਹਿਲੀ ਵਾਰੀ ਪਿਉਰੀਫਾਇਰ ਹੁੰਦਾ ਹੈ, ਜਦੋਂ ਦੂਜੀ ਵਾਰੀ ਉਹਦੀ ਜਿਹੜੀ ਸ਼ੁੱਧਤਾ ਪ੍ਰਗਟ ਹੁੰਦੀ ਹੈ, ਤੀਜੀ ਵਾਰੀ ਉਹਦੀ ਚਮਕ ਪੈਦਾ ਕੀਤੀ ਜਾਂਦੀ ਹੈ, ਅਤੇ ਚੌਥੀ ਵਾਰੀ ਜਦੋਂ ਉਹਨੂੰ ਪੂਰੀ ਤਰ੍ਹਾਂ ਉਹਦੇ ਰੂਪ ਦੇ ਵਿੱਚ ਢਾਲ ਦਿੱਤਾ ਜਾਂਦਾ ਹੈ। ਮੂਲ ਰੂਪ ਦੇ ਵਿੱਚ ਸੋਨਾ ਕਾਲਾ ਹੁੰਦਾ ਹੈ। ਉਹ ਮਹਾਤਮਾ ਕਹਿਣ ਲੱਗੇ ਕਿ ਜਿਹੜਾ ਮਨ ਕਾਲਾ ਹੈ, ਜੇ ਇੰਨੀਆਂ ਮੁਸੀਬਤਾਂ ਝਾਗ ਕੇ ਵੀ ਤੈਨੂੰ ਤੇਰਾ ਮਨ ਨਿਰਮਲ ਹੋ ਜਾਏ, ਤਾਂ ਜਿਹੜੇ ਜੰਗਲੀ ਜੀਵਾਂ ਦਾ ਡਰ ਜਾਂ ਵਰਖਾ ਪ੍ਰਕਿਰਤਕ ਦੇ ਜਿਹੜੇ ਵਿਪਰੀਤ ਹਾਲਾਤ ਨੇ, ਜੇ ਇਹ ਝਾਕਣੇ ਵੀ ਪੈਣ ਤਾਂ ਤੈਨੂੰ ਪ੍ਰਵਾਨ ਹੋਣੇ ਚਾਹੀਦੇ ਨੇ। ਗੁਰਸਿੱਖਾਂ ਦੇ ਜੀਵਨ ਦਾ ਉਚਾਈ ਗੁਰਬਾਣੀ 'ਚ ਮਿਲਦੀ ਹੈ। ਝੱਖੜ ਝਾਂਗੀ ਮੀਹੋ ਵਰਸੈ ਭੀ ਗੁਰ ਦੇਖਣ ਜਾਈ ਜਾ। ਇਸੇ ਪ੍ਰਕਾਰ ਵਾਕ ਮਿਲਦੇ ਹਨ, ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੈ ਧਿਆਈ। ਕਿ ਭਾਵ ਕਿ ਸਮੁੰਦਰ ਸਰੂਪ ਦੇ ਵਿੱਚ ਅਭੇਦ ਹੋਣਾ ਹੈ, ਜਿੱਥੇ ਜਾ ਕੇ ਛੋਟੇ ਹੋਣ ਦਾ ਜਾਂ ਖਤਮ ਹੋਣ ਦਾ ਡਰ ਹੀ ਮੁੱਕ ਜਾਂਦਾ ਹੈ। ਹੁਣ ਕੋਈ ਨਾਲਾ ਛੋਟਾ ਹੈ, ਉਹ ਭਾਵੇਂ 100 ਕਿਲੋਮੀਟਰ ਦੀ ਦੂਰੀ ਤੱਕ ਵਗਦਾ ਰਹੇ, ਆਖਰ ਕਿਤੇ ਨਾ ਕਿਤੇ ਜਾ ਕੇ ਤਾਂ ਉਹਦੇ ਖਤਮ ਹੋਣ ਦਾ, ਉਹਦੇ ਸੁੱਕ ਜਾਣ ਦਾ ਡਰ ਹੈ। ਪਰ ਜੇ ਅਗਰ ਇਹ ਉਹੀ ਨਾਲਾ ਕਿਤੇ ਮੁੜ ਘੁੰਮ ਕੇ ਸਾਗਰ ਵਿੱਚ ਮਿਲ ਗਿਆ, ਤੇ ਉਹਦੇ ਮੁੱਕਣ ਦਾ, ਉਹਦੇ ਸੁੱਕਣ ਦਾ ਡਰ ਖਤਮ ਹੋ ਜਾਏਗਾ। ਇਸੇ ਕਰ ਗੁਰਬਾਣੀ 'ਚ ਵਾਕ ਆਉਂਦੇ ਹਨ ਕਿ ਉਂਝ ਇੱਕ ਬੂੰਦ ਹੈ, ਸਾਡਾ ਮਨੁੱਖੀ ਜੀਵਨ ਇੱਕ ਬੂੰਦ ਵਰਗਾ ਹੈ। ਭਾਵ ਕਿ ਇਹਦੀ ਕੋਈ ਬਹੁਤੀ ਵੱਡੀ ਹਸਤੀ ਨਹੀਂ ਹੈ। ਇਹਨੂੰ ਵਿਕਾਰਾਂ ਦੀ ਤਪਸ਼, ਮਾਇਆ ਦਾ ਪ੍ਰਭਾਵ ਸਾੜ ਕੇ ਰਾਹ ਕਰ ਸਕਦਾ ਹੈ। ਪਰ ਜੇ ਬੂੰਦ ਇੰਨਾ ਖਤਰਾ ਪ੍ਰਵਾਨ ਕਰ ਲੇ ਕਿ ਮੈਂ ਸਾਗਰ ਵਿੱਚ ਡਿੱਗ ਪੈਣਾ ਹੈ, ਤੇ ਸਾਗਰ ਜਿੱਡੀ ਵੱਡੀ ਹੋ ਜਾਣਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਖਾਰਾਪਣ ਵੀ ਪ੍ਰਵਾਨ ਕਰ ਲੈਣਾ ਉੱਤਮ ਹੈ। ਤੇ ਜਿਹੜਾ ਦੁਨਿਆਵੀ ਭੋਗਾਂ ਵਿੱਚ ਪੈ ਕੇ, ਜਾਂ ਹੁਣ ਜਦੋਂ ਇਹ ਸ਼ਬਦ ਵਰਤੇ ਤਾਂ ਇੱਕ ਹੋਰ ਵੀ ਭਾਵ ਬਣਦਾ। ਜਿਵੇਂ ਆਰੰਭ ਦੇ ਵਿੱਚ ਗੱਲ ਚੱਲੀ ਸੀ ਕਿ ਮਨੁੱਖ ਕਿਸੇ ਨਾਲੇ ਨੂੰ ਪੂਜਣ ਲੱਗ ਪਵੇ, ਕਿਸੇ ਛੋਟੀ ਨਹਿਰ ਦੇ ਨਾਲ ਜੁੜ ਜਾਵੇ, ਤੇ ਉਹਨੂੰ ਮਹਾਸਾਗਰ ਦਾ ਖਿਆਲ ਹੀ ਨਾ ਰਹੇ। ਇਸੇ ਪ੍ਰਕਾਰ ਸੰਸਾਰ ਦੇ ਜੀਵ ਦੇਵੀ ਦੇਵਤਿਆਂ ਦੇ ਤਲ 'ਤੇ ਜਾਂ ਅਲਪ ਸ਼ਕਤੀਆਂ ਦੇ ਤਲ 'ਤੇ ਭਰਮ ਜਾਂਦੇ ਹਨ, ਕਿਉਂਕਿ ਮਨ ਕਾਮਨਾ ਅਧੀਨ ਪੂਜਿਆ ਹੈ। ਆਪ ਜੀ ਕਦੇ ਦੇਖਣਾ ਕਿ ਹਰੇਕ ਮੱਤ ਦੇ ਵਿੱਚ ਨਾ ਇੱਕ ਅਲਪ ਸ਼ਕਤੀਆਂ ਦੇ ਪ੍ਰਭਾਵ ਦੀ ਪੂਜਾ ਦਾ ਸਿਲਸਿਲਾ ਨਾਲ ਨਾਲ ਹੀ ਚੱਲਦਾ ਹੈ। ਉਹ ਕਿਉਂ ਚੱਲਦਾ ਹੈ? ਜਿਵੇਂ ਉਦਾਹਰਨ ਦੇ ਤੌਰ 'ਤੇ ਸਿੱਖ ਮੱਤ ਦੇ ਲੋਕ ਵੀ ਐਸਾ ਕਰਦੇ ਨੇ, ਬਹੁਤ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ। ਉਹਨਾਂ ਦੇ ਕਰਨ ਦਾ ਭਾਵ ਉਹਨਾਂ ਦੇ ਨਜ਼ਰੀਏ ਤੋਂ ਗਲਤ ਨਹੀਂ ਹੁੰਦਾ। ਉਹਦਾ ਕਾਰਨ ਡੀਪ ਇਹ ਹੁੰਦਾ ਹੈ ਕਿ ਉਹ ਕਾਮਨਾ ਕਰਕੇ ਪੂਜਾ ਕਰਦੇ ਨੇ। ਕਾਮਨਾ ਕਰਕੇ ਪੂਜਾ ਕਿਵੇਂ ਕਰਦੇ ਨੇ ਕਿ ਜੀਵਨ ਦੇ ਵਿੱਚ ਆਹ ਸੁੱਖ ਪ੍ਰਾਪਤ ਹੋ ਜਾਵੇ, ਉਹਦੇ ਲਈ ਇੱਕ ਦੇਵਤਾ ਨਿਸ਼ਚਿਤ ਕੀਤਾ ਹੋਇਆ ਹੈ, ਉਹਦੀ ਪੂਜਾ ਕੀਤੀ ਜਾਵੇ, ਉਹਦੀ ਅਰਚਨਾ ਕੀਤੀ ਜਾਵੇ, ਤਾਂ ਉਹ ਕਾਮਨਾ ਪੂਰੀ ਹੋ ਜਾਂਦੀ ਹੈ। ਇਸ ਕਰਕੇ ਦੇਵੀ ਦੇਵਤਾਂ ਦੀ ਜਿਹੜੀ ਪੂਜਾ ਹੈ, ਤੁਹਾਡੀ ਕਾਮਨਾ ਨੂੰ ਤ੍ਰਿਪਤ ਕਰ ਰਹੀ ਹੈ, ਕੋਈ ਆਤਮ ਗਿਆਨ ਦਾ ਜਾਂ ਜੀਵਨ ਦੇ ਮੁਕਤ ਸਰੂਪ ਦਾ ਪੱਧਰ ਨਹੀਂ ਬਣਾ ਰਹੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਇਸ ਤਲ 'ਤੇ ਵੀ ਭਰਮਣਾ ਹੈ, ਇਹਦੇ ਨਾਲ ਵੀ ਕੋਈ ਭਲੇ ਦਾ ਕਾਰਜ ਉੱਤਮ ਨਹੀਂ ਹੈ। ਇਸ ਕਰਕੇ ਪਰਮ ਸਰੂਪ ਤੱਕ ਪਹੁੰਚਿਆ ਜਾਵੇ। ਜੇ ਉੱਥੋਂ ਤੱਕ ਮਨੁੱਖ ਪਹੁੰਚ ਜਾਂਦਾ, ਪਰ ਉਹਦੇ ਲਈ ਖਾਰੇਪਣ ਦੇ ਕੁਝ ਜਿਹੜੀਆਂ ਪ੍ਰਕਿਰਿਆਵਾਂ ਉਹਦੇ ਵਿੱਚੋਂ ਗੁਜ਼ਰਨਾ ਪੈਂਦਾ, ਅਤੇ ਮਨੁੱਖ ਨੂੰ ਉਹ ਪ੍ਰਵਾਨ ਕਰ ਲੈਣੀਆਂ ਚਾਹੀਦੀਆਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਜੇ ਪ੍ਰਭੂ ਮਾਰਗ 'ਤੇ ਚੱਲਦਿਆਂ ਕੁਝ ਦੁੱਖ ਰੂਪ ਜਾਂ ਕੁਝ ਵਿਪਰੀਤ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਤੇ ਤਾਂ ਵੀ ਪ੍ਰਭੂ ਪ੍ਰੀਤ ਦਾ ਮਾਰਗ ਨਹੀਂ ਛੱਡਣਾ ਚਾਹੀਦਾ ਹੈ। ਕਬੀਰ ਨੇ ਗੁਸਾਏ ਬਹਿ ਗਏ, ਥਾਂਗੀ ਨਾਹੀ ਕੋਏ। ਹੁਣ ਅਗਲੇ ਸ਼ਲੋਕ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਕੋਲ ਕੋਈ ਜੀਵਨ ਦਾ ਮਨੋਰਥ ਨਹੀਂ ਸੀ, ਜਿਨ੍ਹਾਂ ਦੇ ਕੋਲ ਕੋਈ ਪੂਰਨ ਗੁਰੂ ਦਾ ਉਪਦੇਸ਼ ਨਹੀਂ ਸੀ, ਗੁਰੂ ਦਾ ਸਾਥ ਨਹੀਂ ਸੀ, ਉਹਨਾਂ ਮਨੁੱਖਾਂ ਦੀ ਕੀ ਹਾਲਤ ਹੁੰਦੀ ਹੈ। ਹੁਣ ਦੁਨਿਆਵੀ ਤੌਰ 'ਤੇ ਇਸ ਗੱਲ ਨੂੰ ਵਾਚੀਏ ਤਾਂ ਇੱਕ ਬੱਚਾ ਹੈ, ਅਗਰ ਉਹਨੂੰ ਬਚਪਨ ਦੇ ਵਿੱਚ ਉਹਦੇ ਮਾਤਾ ਪਿਤਾ ਦਾ ਆਸਰਾ ਤੱਜ ਜਾਏ, ਭੈਣ ਭਰਾ ਸੰਬੰਧੀ ਜਾਂ ਹੋਰ ਕੋਈ ਸਮਾਜਿਕ ਆਸਰਾ ਨਾ ਮਿਲੇ, ਤਾਂ ਯਕੀਨਨ ਹੈ ਉਸ ਮਨੁੱਖ ਦਾ ਜੀਵਨ ਬੜੀ ਨਿਰਾਸ਼ਤਾ, ਬੜੇ ਦੁੱਖਾਂ ਦੇ ਨਾਲ ਭਰ ਜਾਏਗਾ, ਅਤੇ ਉਹਦਾ ਜੀਵਨ ਹੋ ਸਕਦਾ ਹੈ ਬੜੀ ਛੇਤੀ ਹੀ ਮੁਰਝਾ ਜਾਏ। ਇਸ ਕਰਕੇ ਇੱਕ ਠੀਕ ਸਾਥ ਚਾਹੀਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਕਬੀਰ ਨੇ ਗੁਸਾਏ ਬਹਿ ਗਏ। ਨੇ ਗੁਸਾਏ ਦਾ ਭਾਵ ਜਿਨ੍ਹਾਂ ਦਾ ਕੋਈ ਗੁਰੂ ਨਹੀਂ ਸੀ, ਜਿਨ੍ਹਾਂ ਦਾ ਕੋਈ ਮਾਲਕ ਨਹੀਂ ਸੀ, ਬਹਿ ਗਏ ਸੰਸਾਰ ਦੇ ਭੋਗਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ,
ਥਾਂਗੀ ਨਾਹੀ ਕੋਏ, ਤੇ ਉਹਨਾਂ ਨੂੰ ਥੰਮਣ ਵਾਲਾ ਵੀ ਕੋਈ ਨਹੀਂ ਸੀ। ਦੀਨ ਗਰੀਬੀ ਆਪੁਨੀ ਕਰਤੇ ਹੋਏ ਸੋ ਹੋਏ। ਪਰ ਜਿਹੜੇ ਇਸੇ ਪ੍ਰਕਾਰ ਆਪਣੇ ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਦੀਨ ਭਾਵ ਵਾਲੇ, ਭਾਵ ਕੇ ਧਰਮ ਦੇ ਦ੍ਰਿੜ ਅਭਿਆਸੀ ਰਹੇ, ਗਰੀਬੀ ਭਾਵ ਕੇ ਧਰਮ ਦੇ ਸ਼ੁਭ ਲੱਖਣਾਂ ਨੂੰ ਹਿਰਦੇ ਵਿੱਚ ਨਿਮਰਤਾ ਰੂਪ ਦੇ ਵਿੱਚ ਗ੍ਰਹਿਣ ਕਰਦੇ ਰਹੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਰਤੇ ਹੋਏ ਸੋ ਹੋਏ। ਫਿਰ ਉਹਨਾਂ ਦਾ ਕਰਤਾ ਜੋ ਕਰਦਾ ਹੈ ਉਹ ਉਹਨਾਂ ਦੇ ਲਈ ਉੱਤਮ ਹੁੰਦਾ ਹੈ। ਇਸ ਵਾਕ ਦਾ ਵੀ ਗਹਿਰਾ ਭਾਵ ਇਹ ਹੈ। ਹੁਣ ਯਕੀਨਨ ਹੈ ਸਮੁੰਦਰ ਜੀ, ਸੰਸਾਰ ਨੂੰ ਸਮੁੰਦਰ ਦੀ ਨਿਆਈ ਕਿਹਾ ਜਾਂਦਾ, ਤਾਂ ਇਹਦਾ ਭਾਵ ਹੈ ਕਿ ਜੇ ਸਮੁੰਦਰ ਹੈ, ਇਹਦੇ ਵਿੱਚ ਵਿਕਾਰਿਆਂ ਦੀਆਂ ਲਹਿਰਾਂ ਵੀ ਹਨ, ਦੁਨੀਆਦਾਰੀ ਦੇ ਰਸਾ ਕਸਾਂ ਦਾ ਵੀ ਆਪਣਾ ਇੱਕ ਪ੍ਰਭਾਵ ਹੈ। ਹੁਣ ਜੀਵਨ ਦੀ ਬੇੜੀ ਅਸੀਂ ਠੱਲੀ ਹੋਈ ਹੈ ਇਸ ਸਮੁੰਦਰ ਦੇ ਵਿੱਚ, ਅਤੇ ਹੁਣ ਜੇ ਮਨੁੱਖ ਦੇ ਕੋਲ ਬੇੜੀ ਹੋਵੇ, ਆਪ ਮਨੁੱਖ ਨੂੰ ਬੇੜੀ ਚਲਾਉਣੀ ਨਹੀਂ ਆਉਂਦੀ, ਨਾ ਮਨੁੱਖ ਦੇ ਪਾਸ ਚੱਪੂ ਹੈ ਅਤੇ ਨਾ ਹੀ ਮਲਾਹ ਹੈ, ਤਾਂ ਫਿਰ ਮਨੁੱਖ ਦੀ ਬੇੜੀ ਜਦੋਂ ਸਮੁੰਦਰ ਦੇ ਵਿੱਚ ਲਹਿਰਾਂ ਦੇ ਵਿੱਚ ਘਿਰ ਜਾਏਗੀ ਤਾਂ ਫਿਰ ਉਹ ਪਾਰ ਕਿਵੇਂ ਲੰਘ ਸਕੇਗੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਨੇ ਗੁਸਾਏ ਬਹਿ ਗਏ। ਜਿਨ੍ਹਾਂ ਦੇ ਕੋਲ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਮੱਤ ਰੂਪ ਮਲਾਹ ਨਹੀਂ ਸੀ, ਜਿਨ੍ਹਾਂ ਦੇ ਕੋਲ ਭਗਤੀ ਰੂਪ ਚੱਪੂ ਨਹੀਂ ਸੀ, ਨਾ ਭਗਤੀ ਰੂਪ ਚੱਪੂ ਚਲਾਇਆ ਗਿਆ, ਨਾ ਹੀ ਇਸੇ ਪ੍ਰਕਾਰ ਗੁਰੂ ਦੀ ਮੱਤ ਰੂਪ ਮਲਾਹ ਕਰਕੇ ਬੇੜੀ ਕਿਸ ਸਮੇਂ ਠੱਲਣੀ ਹੈ, ਕਿਵੇਂ ਚਲਾਉਣੀ ਹੈ, ਕਿਵੇਂ ਉਹਦੀ ਲਹਿਰਾਂ ਤੋਂ ਰੱਖਿਆ ਕਰਨੀ ਹੈ, ਕਹਿੰਦੇ ਜਿਨ੍ਹਾਂ ਨੂੰ ਇਹ ਕੋਈ ਗੱਲ ਨਹੀਂ ਸੀ ਪਤਾ, ਬਹਿ ਗਏ। ਬਹਿ ਗਏ ਦਾ ਭਾਵ ਕਿ ਇੱਕ ਅੱਧੀ ਹਲਕੀ ਜਿਹੀ ਲਹਿਰ ਆਈ, ਉਹੀ ਵਹਾ ਕੇ ਲੈ ਗਈ। ਇਸ ਕਰਕੇ ਪਹਿਲਾਂ ਆਮ ਜਦੋਂ ਅੱਜ ਵੀ ਐਸਾ ਚੱਲਦਾ ਹੈ ਕਿ ਜਦੋਂ ਲੋਕ ਚੰਗੇ ਭਲੇ, ਜਿਵੇਂ ਕਈ ਮੈਂ ਦਰਿਆ ਦੇ ਨਿਕਟ ਰਹਿ ਕੇ ਦੇਖਿਆ ਹੋਇਆ, ਉਹ ਲੋਕ ਉਂਝ ਦਰਿਆ ਦੇ ਬਾਰੇ ਪੂਰਾ ਭੇਤ ਵਾਕਫ ਨੇ, ਪੂਰੀ ਤਰ੍ਹਾਂ ਜਾਣਦੇ ਨੇ ਕਿ ਦਰਿਆ ਦਾ ਕੀ ਸੁਭਾਅ ਹੁੰਦਾ, ਤਾਂ ਪਰ ਉਹ ਫਿਰ ਵੀ ਮਲਾਹ ਦਾ ਇੱਕ ਉਹਨਾਂ ਦੇ ਵਿੱਚੋਂ ਖਾਸ ਹੁੰਦਾ ਹੈ, ਜਿਹਨੂੰ ਜ਼ਿਆਦਾ ਪਤਾ ਹੁੰਦਾ, ਉਹਨੂੰ ਪਤਾ ਹੁਣ ਕਿਵੇਂ ਮਲਾਹ ਦਾ ਕੀ ਪਤਾ ਹੁੰਦਾ, ਮਲਾਹ ਦੀ ਭੂਮਿਕਾ ਕੀ ਹੈ। ਹੁਣ ਕਈ ਵਾਰੀ ਦੇਖਿਆ ਕਿ ਦਰਿਆ ਦੇ ਵਿੱਚ ਨਾ, ਕਈ ਵਾਰੀ ਜਦੋਂ ਲੋਕਾਂ ਨੇ ਆਮ ਲੰਘਣਾ ਤਾਂ ਉਹਨਾਂ ਦੇ ਵਿੱਚ ਇੱਕ ਬੰਦਾ ਜ਼ਿਆਦਾ ਅਨੁਭਵ ਵਾਲਾ ਹੁੰਦਾ ਸੀ, ਉਹ ਬੜੇ ਦਿਨ ਉਹਨਾਂ ਨੂੰ ਰੋਕ ਦੇਣਾ। ਤਾਂ ਮੈਂ ਸੁਭਾਵਿਕ ਇੱਕ ਦਿਨ ਪੁੱਛ ਲਿਆ, ਜੀ ਤੁਸੀਂ ਬੜੇ ਦਿਨ ਉਹਨਾਂ ਨੂੰ ਰੋਕ ਦਿੰਦੇ ਹੋ ਤਾਂ ਤੁਹਾਨੂੰ ਕੀ ਲੱਗਦਾ, ਇਹਦੇ ਵਿੱਚ ਕੀ ਅਨੁਭਵ ਹੈ ਤੁਹਾਡਾ? ਤਾਂ ਉਹ ਕਹਿਣ ਲੱਗਾ ਕਿ ਦਰਿਆ ਦਾ ਜਿਹੜਾ ਪਾਣੀ ਹੈ ਇਹ ਹੇਠਾਂ ਤੋਂ ਆਵਾਜ਼ ਪੈਦਾ ਕਰ ਰਿਹਾ, ਇਹਦਾ ਮਤਲਬ ਇਹਦਾ ਜਿਹੜਾ ਵਹਾਅ ਹੈ ਅਚਾਨਕ ਵੱਧ ਸਕਦਾ ਹੈ, ਅਤੇ ਜੇ ਕੋਈ ਚੀਜ਼ ਅਸੀਂ ਇਹਦੇ ਵਿੱਚ ਲੰਘਣ ਲੱਗੇ ਤਾਂ ਅਸੀਂ ਇਹਦੇ ਵਿੱਚੋਂ ਵਹਿ ਸਕਦੇ। ਇਸ ਕਰਕੇ ਜਿੰਨਾ ਚਿਰ ਇਹਦਾ ਸ਼ੋਰ ਥੱਲਿਓਂ ਸ਼ਾਂਤ ਨਹੀਂ ਹੁੰਦਾ, ਉਹਨਾਂ ਚਿਰ ਇਹਦੇ ਵਿੱਚ ਬੇੜੀ ਠੱਲਣੀ ਜਿਹੜੀ ਹੈ ਉਹ ਠੀਕ ਨਹੀਂ ਹੈ। ਇਹ ਦਰਿਆ ਦਾ ਅਨੁਭਵ ਹੈ। ਦੁਨੀਆ ਦੇ ਵਿੱਚ ਕਈ ਬੜੇ ਐਸੇ ਵੱਡੇ ਨਾਵਲ ਲਿਖੇ ਗਏ ਹਨ, ਜਿਵੇਂ ਫਰੇਜ਼ਰ ਦਰਿਆ ਕੈਨੇਡਾ ਦੇ ਵਿੱਚ, ਉਹਦੇ 'ਤੇ ਵੀ ਐਸਾ ਅਨੁਭਵ ਲਿਖਿਆ ਗਿਆ। ਤਾਂ ਇਸੇ ਪ੍ਰਕਾਰ ਉਹ ਕਹਿਣ ਲੱਗਾ ਕਿ ਇਹਦਾ ਅਨੁਭਵ ਹੈ। ਫਿਰ ਦੂਜਾ, ਮਲਾਹ ਦੇ ਕੋਲੋਂ ਦੋ ਚੱਪੂ ਹੁੰਦੇ ਨੇ ਜਿਹੜੇ ਚਲਾਉਂਦੇ ਨੇ। ਇੱਕ ਚੱਪੂ ਉਹ ਜਿਹੜਾ ਪਾਣੀ ਦੇ ਵਿੱਚ ਚਲਾਉਣ ਲਈ ਲਗਾਤਾਰ ਚਲਾਇਆ ਜਾਂਦਾ ਹੈ, ਇੱਕ ਬਹੁਤ ਲੰਬਾ ਉਹਦੇ ਕੋਲ ਚੱਪੂ ਹੁੰਦਾ ਜਿਹਦੇ ਨਾਲ ਉਹ ਆਪਣੀ ਗਹਿਰਾਈ ਨੂੰ ਮਾਪਦਾ ਜਾਂਦਾ ਨਾਲ ਨਾਲ, ਕਿ ਮੇਰੀ ਬੇੜੀ ਕਿੰਨੀ ਗਹਿਰਾਈ ਦੇ ਵਿੱਚ ਚੱਲ ਰਹੀ ਹੈ। ਤਾਂ ਗੁਰੂ ਸਾਹਿਬ ਜੀ ਇਹ ਦਰਿਆ ਦੇ ਅਨੁਭਵ ਨੇ, ਜਿਹੜੇ ਨੇੜੇ ਰਹਿੰਦੇ ਉਹਨਾਂ ਨੂੰ ਪਤਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਕੋਲੋਂ ਗੁਰੂ ਹੈ, ਗੁਰੂ ਦਾ ਗਿਆਨ ਰੂਪ ਜਿਹੜਾ ਗਿਆਨ ਲੈਣਾ ਹੈ ਉਹ ਸਾਡੇ ਜੀਵਨ 'ਚ ਮਲਾਹ ਦਾ ਕੰਮ ਕਰੇਗਾ। ਤਾਂ ਗੁਰੂ ਸਾਨੂੰ, ਗੁਰੂ ਦਾ ਸ਼ਬਦ ਉਪਦੇਸ਼ ਸਾਨੂੰ ਦੱਸ ਦੇਗਾ ਕਿ ਇਹ ਜਿਹੜਾ ਸੰਸਾਰ ਸਮੁੰਦਰ ਹੈ ਕਿੰਨਾ ਗਹਿਰਾ ਹੈ ਅਤੇ ਕਿੰਨਾ ਭਿਆਨਕ ਹੈ, ਅਤੇ ਇਹਦੀ ਗਹਿਰਾਈ ਤੋਂ, ਇਹਦੇ ਵਿੱਚ ਉੱਠਣ ਵਾਲੀਆਂ ਲਹਿਰਾਂ ਤੋਂ ਕਿਸ ਪ੍ਰਕਾਰ ਬਚਣਾ। ਕਹਿੰਦੇ ਗੁਰੂ ਉਪਦੇਸ਼ ਦਾ ਗਿਆਨ ਜਦੋਂ ਬੁੱਧੀ ਵਿੱਚ ਵਸ ਜਾਏਗਾ ਅਤੇ ਗੁਰੂ ਦਾ ਉਪਦੇਸ਼ ਬੁੱਧੀ ਵਿੱਚ ਵਸਿਆ ਹੋਇਆ ਮਲਾਹ ਦਾ ਕੰਮ ਕਰੇਗਾ, ਅਤੇ ਮਨੁੱਖ ਨੂੰ ਪਤਾ ਲੱਗ ਜਾਏਗਾ ਕਿ ਬੇੜੀ ਕਦੋਂ ਠੱਲਣੀ ਹੈ, ਕਿਵੇਂ ਚਲਾਉਣੀ ਹੈ, ਅਤੇ ਕਿਹੜੀ ਸਾਵਧਾਨੀ ਵਰਤਣੀ ਹੈ। ਇਸੇ ਪ੍ਰਕਾਰ ਗੁਰਬਾਣੀ 'ਚ ਵਾਕ ਆਉਂਦੇ ਨਾ, ਭਗਤ ਕਬੀਰ ਸਾਹਿਬ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਇਕੱਠੇ ਨੇ, ਇੱਕੋ ਭਾਵ ਦੇ ਨੇ। ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ। ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੇ ਵਹੇਲਾ। ਤਾਂ ਇਸੇ ਪ੍ਰਕਾਰ ਹੁਣ ਭਗਤ ਜਦੋਂ ਗੁਰੂ ਰੂਪ ਮਲਾਹ ਕਿਵੇਂ ਸਾਨੂੰ ਸੁਚੇਤ ਕਰਦਾ। ਹੁਣ ਜਦੋਂ ਮਨੁੱਖ ਨੂੰ ਪਤਾ ਲੱਗ ਜਾਂਦਾ ਕਿ ਸੰਸਾਰ ਸਮੁੰਦਰ ਦੀ ਨਿਆਈ ਹੈ, ਗੁਰੂ ਕੱਲ੍ਹ ਅਸੀਂ ਪਹਿਲਾਂ ਵੀ ਵਾਕ ਪੜ੍ਹੇ ਸੀ, ਅੱਜ ਹੋ ਸੁਣਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਤਾਂ ਜਦੋਂ ਜੀਵ ਜਾਗ ਜਾਂਦਾ ਫਿਰ ਉਹ ਗੁਰੂ ਦੀ ਮੱਤ ਗ੍ਰਹਿਣ ਕਰਦਾ, ਗੁਰੂ ਕੇ ਉਪਦੇਸ਼ ਦੁਆਰਾ। ਫਿਰ ਉਹਨੂੰ ਪਤਾ ਹੈ ਕਿ ਜਿਹੜਾ ਜਵਾਨੀ ਹੈ, ਜੋਬਨ ਅਵਸਥਾ ਹੈ, ਇਸ ਅਵਸਥਾ ਦੇ ਵਿੱਚ ਕੀ ਹੁੰਦਾ, ਜਿਹੜਾ ਬਚਪਨ ਹੈ, ਇਸ ਸਮੇਂ ਦੇ ਵਿੱਚ ਜਿਹੜਾ ਸੰਸਾਰ ਸਮੁੰਦਰ ਹੈ ਸ਼ਾਂਤ ਹੁੰਦਾ ਤਾਂ ਸਾਰਾ ਕੁਝ ਇਹਦੇ 'ਚ, ਪਰ ਉਦੋਂ ਇਹਦੇ 'ਚ ਕੋਈ ਲਹਿਰ ਨਹੀਂ ਉੱਠਦੀ, ਬੰਦਾ ਆਰਾਮ ਨਾਲ ਚੱਲਦਾ ਜਾਂਦਾ। ਜਦੋਂ ਜੋਬਨ ਅਵਸਥਾ ਆਉਂਦੀ ਹੈ ਉਦੋਂ ਜਿਹੜਾ ਇਹ ਜੀਵਨ ਸੰਸਾਰ ਸਮੁੰਦਰ ਹੈ, ਇਹਦੇ ਵਿੱਚ ਬੜੀਆਂ ਵਿਕਾਰਾਂ ਦੀਆਂ ਲਹਿਰਾਂ ਉੱਠਦੀਆਂ ਨੇ।
ਤੇ ਹੋ ਸਕਦਾ ਕੋਈ ਐਸੀ ਭਿਆਨਕ ਲਹਿਰ ਹੋਵੇ ਕਿ ਸਮੁੱਚਾ ਜੀਵਨ ਹੀ ਵਹਾ ਕੇ ਲੈ ਜਾਵੇ, ਮੁੜ ਕੇ ਜ਼ਿੰਦਗੀ ਭਰ ਬੰਦਾ ਵਹਾ ਤੋਂ ਨਾ ਬੁੱਝ ਸਕੇ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਵੇਂ ਹੀ ਜਿਹੜੇ ਗੁਰੂ ਉਪਦੇਸ਼ ਦੀ ਮੱਤ ਹੈ, ਫਿਰ ਉਹ ਪਤਾ ਲੱਗ ਜਾਂਦਾ ਹੈ ਕਿ ਹੁਣ ਮੇਰੇ ਜੀਵਨ ਦੀ ਅਵਸਥਾ ਜਿਹੜੀ ਹੈ ਉਹ ਜਵਾਨੀ ਦੇ ਤਲ 'ਤੇ ਗੁਜ਼ਰ ਰਹੀ ਹੈ, ਭਾਵ ਕਿ ਮੇਰੀ ਬੇੜੀ ਨੂੰ ਵਕਾਰਾਂ ਦੀਆਂ ਲਹਿਰਾਂ ਦਾ ਜ਼ਿਆਦਾ ਖਤਰਾ ਹੈ, ਅਤੇ ਇਸ ਕਰਕੇ ਮੈਂ ਭਗਤੀ ਦਾ ਕਰਮ ਜ਼ਿਆਦਾ ਸਸ਼ੱਕਤ ਹੋ ਕੇ ਪਕੜਾਂ। ਕਹਿੰਦੇ ਫਿਰ ਇਸੇ ਪ੍ਰਕਾਰ ਜਦੋਂ ਬਿਰਧ ਅਵਸਥਾ ਆ ਜਾਂਦੀ ਹੈ ਤਾਂ ਉਦੋਂ ਫਿਰ ਗੁਰੂ ਰੂਪ ਮਿਲਾਦ ਦੁਆਰਾ ਇਹ ਚੇਤਾ ਆਉਂਦਾ ਹੈ ਕਿ ਮੇਰੀ ਬੇੜੀ ਜਰਜਰੀ ਹੋਣ ਵਾਲੀ ਹੈ, ਇਸ ਕਰਕੇ ਇਹਦੇ ਵਿੱਚੋਂ ਮੈਂ ਭਾਰ ਘਟਾਉਣਾ ਸ਼ੁਰੂ ਕਰ ਦੇਵਾਂ ਅਤੇ ਆਪਣਾ ਸਫ਼ਰ ਥੋੜ੍ਹਾ ਤੇਜ਼ ਕਰ ਦੇਵਾਂ ਕਿ ਆਪਣੀ ਬੇੜੀ ਦੇ ਟੁੱਟਣ ਤੋਂ, ਭਾਵ ਕਿ ਸਰੀਰ ਦੇ ਖਤਮ ਹੋਣ ਤੋਂ ਪਹਿਲਾਂ ਆਪਣੇ ਗੁਨਾਹਾਂ ਦੀ ਰਾਸ ਵੀ ਬਿਲਕੁਲ ਖਤਮ ਕਰ ਦੇਵਾਂ, ਤਾਂ ਮੇਰੀ ਜਿਹੜੀ ਜੀਵਨ ਦਾ ਮੁਕਤੀ ਰੂਪ ਭਾਵ ਕਿਨਾਰੇ 'ਤੇ ਲੱਗਣਾ ਹੈ ਉਹ ਵੀ ਲੱਗ ਜਾਵੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਪਰ ਨਿਗੁਸਾਏ, ਜਿਨ੍ਹਾਂ ਕੋਲ ਗੁਰੂ ਨਹੀਂ ਸੀ, ਜਿਨ੍ਹਾਂ ਕੋਲ ਮਲਾਹ ਨਹੀਂ ਸੀ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਵਹਿ ਗਏ ਨੇ। ਉਹਨਾਂ ਦਾ ਜੀਵਨ ਭਾਵੇਂ ਕਿੰਨਾ ਵੀ ਸੰਪੰਨ ਸੀ, ਥਾਂਗੀ ਨਾ ਹੀ ਕੋਈ ਥੰਮਣ ਵਾਲਾ ਨਹੀਂ ਸੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੀਨ ਗਰੀਬੀ ਆਪਣੀ। ਅਤੇ ਇਸ ਪ੍ਰਕਾਰ ਫਿਰ ਜਿਹੜੇ ਗੁਸਾਈ ਵਾਲੇ ਮਾਲਕ ਵਾਲੇ ਹੋ ਜਾਂਦੇ ਹਨ, ਫਿਰ ਉਹਨਾਂ ਦਾ ਕੀ ਹੈ, ਦੀਨ ਉਹਨਾਂ ਨੂੰ ਯਾਦ ਰਹਿੰਦਾ ਹੈ ਕਿ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘਣਾ ਜੀਵਨ ਦਾ ਪਰਮ ਦੀਨ ਵਾਲਾ ਅਰਥ ਹੈ। ਅਤੇ ਫਿਰ ਉਹਨੂੰ ਗਰੀਬੀ ਦਾ ਭਾਵ ਵਿਨਿਮਰ ਰੂਪ ਦੇ ਵਿੱਚ, ਹੁਣ ਅਸੀਂ ਗਰੀਬੀ ਦਾ ਭਾਵ ਇਸ ਤਰ੍ਹਾਂ ਸਮਝਦੇ ਹਾਂ ਕਿ ਜੀ ਜਿਵੇਂ ਕੁਝ ਧਨ ਆਦਿਕ ਨਾ ਹੋਣਾ ਜਾਂ ਥੋੜ੍ਹੀਆਂ ਜਿਹੀਆਂ ਸੁੱਖ ਸਹੂਲਤਾਂ ਦੀ ਕਮੀ ਜੀ ਹੋਣੀ, ਇਹ ਗਰੀਬੀ ਹੁੰਦੀ ਹੈ। ਗਰੀਬੀ ਦਾ ਭਾਵ ਇਹ ਹੈ ਕਿ ਆਪਣਾ ਆਪ ਸਮਰਪਣ ਕਰਕੇ, ਬੜਾ ਕੁਝ ਹੁੰਦਿਆਂ ਹੋਇਆਂ ਵੀ ਆਪਣਾ ਆਪ ਸਮਰਪਣ ਕਰਕੇ ਅਤੇ ਪ੍ਰਭੂ ਦੀ ਰਜ਼ਾ, ਉਹਦੇ ਹੁਕਮ ਨੂੰ ਵੱਡਿਆ ਜਾਣ ਕੇ ਉਹਦੇ ਵਿੱਚ ਹੀ ਜਿਉਣਾ ਗਰੀਬੀ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨਾ, ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ, ਮਤਲਬ ਗੁਰੂ ਨਾਨਕ ਅਕਾਲ ਪੁਰਖ ਸਰੂਪ ਹੈ, ਪਰ ਜਗਤ ਦੇ ਵਿੱਚ ਇੱਕ ਮਨੁੱਖ ਦੇ ਤਲ 'ਤੇ, ਇੱਕ ਆਮ ਤਲ 'ਤੇ ਗੁਰੂ ਸਾਹਿਬ ਜੀ ਵਿਚਰੇ ਨਾ, ਇਹ ਗਰੀਬੀ ਦਾ ਪੱਧਰ ਹੁੰਦਾ ਹੈ, ਭਾਵ ਕਿ ਸਮਰੱਥਾ ਦਾ ਤਾਣ ਹੁੰਦਿਆਂ ਹੋਇਆਂ ਵੀ ਉਹਨੂੰ ਆਪਣੇ ਜੀਵਨ ਦੇ ਵਿੱਚ ਨਾ ਜਨਾਉਣਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ। ਅਤੇ ਜਿਹੜੇ ਇਸੇ ਪ੍ਰਕਾਰ ਗਰੀਬੀ ਭਾਵ ਦੇ ਵਿੱਚ ਪਰਮੇਸ਼ਰ ਦੇ ਮਾਰਗ 'ਤੇ ਚੱਲਦੇ ਹਨ, ਮਤਲਬ ਕਿ ਆਪਣੀ ਮੱਤ, ਆਪਣੀ ਸਮਝ ਸੂਝ ਸਿਆਣਪ ਛੱਡ ਦਿੰਦੇ ਹਨ, ਫਿਰ ਉਹਨਾਂ ਨੂੰ ਦੀਨ ਗਰੀਬੀ ਦੇ ਸਹਿਤ ਕਰਤਾ ਜਿਹੜਾ ਹੈ ਉਹਨਾਂ ਦਾ ਗੁਰੂ ਸਰੂਪ ਹੈ, ਉਸ ਸੰਸਾਰ ਸਮੁੰਦਰ ਤੋਂ ਪਾਰ ਲੈ ਜਾਂਦਾ ਹੈ। ਕਬੀਰ ਬੈਸਨੋਂ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ। ਹੁਣ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਅਗਲੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਹਨ ਕਿ ਕਬੀਰ ਬੈਸਨੋਂ ਕੀ ਕੂਕਰ ਭਲੀ। ਵੈਸ਼ਨਵ ਮੱਤ ਨੂੰ ਮੰਨਣ ਵਾਲਾ ਕੋਈ ਭਗਤ ਹੈ, ਵਿਸ਼ਨ ਉਪਾਸਕ ਹੈ, ਕਹਿੰਦੇ ਉਹਦੀ ਕੂਕਰ ਭਾਵ ਕਿ ਅਗਰ ਉਹਨੇ ਕੋਈ ਪਾਲਤੂ ਤੌਰ 'ਤੇ ਕੁੱਤੀ ਵੀ ਰੱਖੀ ਹੋਈ ਹੈ ਤਾਂ ਉਹ ਚੰਗੀ ਹੈ। ਸਾਕਤ ਕੀ ਬੁਰੀ ਮਾਏ, ਅਤੇ ਦੂਜੇ ਪਾਸੇ ਜਿਹੜਾ ਮਾਇਆ ਦੇ ਰਸਾਂ ਕਸਾਂ ਦੇ ਵਿੱਚ ਭਰਮਿਆ ਹੋਇਆ ਸਾਗਤ ਪੁਰਖ ਹੈ, ਅਗਰ ਉਹਦੀ ਮਾਂ ਵੀ ਹੈ ਤਾਂ ਕਹਿੰਦੇ ਉਹ ਮਾੜੀ ਹੈ। ਸੰਤਾਂ ਦੀ ਅਗਰ ਭਾਵ ਸੰਤਾਂ ਦੇ ਆਸ਼ਰਮ ਦੇ ਵਿੱਚ ਕੋਈ ਪਾਲਤੂ ਉਹਨਾਂ ਨੇ ਜਾਨਵਰ ਕੁੱਤੀ ਆਦਿਕ, ਕੂਕਰ ਆਦਿਕ ਵੀ ਰੱਖਿਆ ਹੋਇਆ ਹੈ ਤਾਂ ਕਹਿੰਦੇ ਉਹ ਚੰਗਾ ਹੈ। ਪਰ ਦੂਜੇ ਪਾਸੇ ਜਿਹੜਾ ਸਾਕਤ ਪੁਰਸ਼ ਹੈ, ਮਨਮੁਖੀ ਪੁਰਸ਼ ਹੈ, ਜਾਂ ਜਿਹੜਾ ਦੁਨੀਆ ਦੇ ਵਿੱਚ ਮਾਇਆਵੀ ਸ਼ਕਤੀਆਂ ਦਾ ਉਪਾਸਕ ਹੈ, ਜਾਂ ਉਹਦਾ ਹੀ ਪੂਜਣ ਵਾਲਾ, ਜਾਂ ਉਹਨਾਂ ਦੇ ਭਾਵ ਨੂੰ ਹੀ ਮੰਨਣ ਵਾਲਾ ਹੈ, ਕਹਿੰਦੇ ਉਹਦੀ ਜੇ ਮਾਂ ਵੀ ਹੈ ਤਾਂ ਉਹ ਬੁਰੀ ਹੈ। ਹੁਣ ਕਹਿੰਦੇ ਕਿਸ ਕਰਕੇ ਸਾਕਤ ਦੀ ਮਾਂ ਬੁਰੀ ਹੈ, ਉਹ ਨਿੱਤ ਸੁਨੈ ਹਰ ਨਾਮ ਜਸੋ ਪਾਪ ਵਿਸਾਹਨ ਜਾਏ। ਕਹਿੰਦੇ ਸੰਤਾਂ ਦੇ ਕੋਲ ਅਗਰ ਕੋਈ ਪਾਲਤੂ ਜਾਨਵਰ ਕੂਕਰ ਆਦਿਕ ਰਹਿ ਵੀ ਰਿਹਾ ਹੈ ਤਾਂ ਉਹ ਨਿੱਤ ਪ੍ਰਭੂ ਦੇ ਕੀਰਤਨ, ਪ੍ਰਭੂ ਦਾ ਜਸ ਗਾਇਨ ਸ਼ਰਵਣ ਕਰਦਾ ਹੈ, ਜਦ ਕਿ ਦੂਜੇ ਪਾਸੇ ਸਾਕਤ ਦੀ ਜਿਹੜੀ ਮਾਂ ਹੈ ਉਹਨੂੰ ਪਾਪ ਕਰਮ ਵਾਲੇ ਪਾਸੇ ਪ੍ਰਵਿਰਤ ਕਰਦੀ ਹੈ। ਇਸ ਸ਼ਲੋਕ ਦਾ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਾਂ। ਕਹਿੰਦੇ ਕਿ ਇੱਕ ਬੱਚਾ ਸੀ, ਉਹ ਜਵਾਨ ਹੋਇਆ ਸਮਾਂ ਪਾ ਕੇ, ਉਹਨੇ ਆਪਣੀ ਮਾਤਾ ਨੂੰ ਪੁੱਛਿਆ ਕਿ ਮੈਂ ਹੁਣ ਰੁਜ਼ਗਾਰ ਕਿਹੜਾ ਕਰਿਆ ਕਰਾਂ। ਤਾਂ ਉਹਦੀ ਮਾਤਾ ਕਹਿਣ ਲੱਗੀ ਤੇਰਾ ਪਿਤਾ ਡਾਕੂ ਸੀ, ਤੂੰ ਡਾਕੂ ਲੁੱਟਮਾਰ ਕਰਿਆ ਕਰ। ਉਹਨੇ ਲੁੱਟਮਾਰ ਕਰਨੀ ਆਰੰਭ ਕਰ ਦਿੱਤੀ, ਰਸਤੇ ਵਿੱਚ ਖਲੋ ਜਾ ਕਰੇ, ਰੋਜ਼ਾਨਾ ਜਿਹੜਾ ਕੋਈ ਰਾਹਗੀਰ ਆਇਆ ਕਰੇ, ਜਾਨ ਤੋਂ ਮਾਰ ਕੇ ਜੋ ਕੁਝ ਪ੍ਰਾਪਤ ਹੋਇਆ ਕਰੇ ਖੋਹ ਲਿਆਇਆ ਕਰੇ। ਬੜਾ ਸਮਾਂ ਇਵੇਂ ਚੱਲਦਾ ਰਿਹਾ। ਇੱਕ ਦਿਨ ਬੜਾ ਸੁੰਦਰ ਨੌਜਵਾਨ ਅਵਸਥਾ ਵਾਲਾ ਰਾਹਗੀਰ ਉੱਥੋਂ ਲੰਘ ਰਿਹਾ ਸੀ। ਉਹਨੇ ਪਕੜ ਕੇ ਅਜੇ ਉਹਦੇ ਉੱਪਰ ਹਮਲਾ ਕੀਤਾ, ਉਹਦੇ ਸਿਰ ਦੇ ਉੱਪਰ ਕਿਸੇ ਤਰੀਕੇ ਨਾਲ ਗਹਿਰੀ ਸੱਟ ਲੱਗ ਗਈ। ਉਹ ਨੌਜਵਾਨ ਦੀ ਥਾਂ ਮੌਤ ਹੋ ਗਈ।
ਜਦੋਂ ਦੀਆਂ ਜੇਬਾਂ ਫਰੋਲੀਆਂ ਕੇਵਲ ਇੱਕ ਕੌਡੀ ਪ੍ਰਾਪਤ ਹੋਈ। ਬੜਾ ਨਿਰਾਸ਼ ਹੋਇਆ, ਕਹਿਣ ਲੱਗਾ ਇੱਕ ਕੌਡੀ ਬਦਲੇ ਨੌਜਵਾਨ ਨੂੰ ਵਿਚਾਰੇ ਨੂੰ ਮਾਰ ਦਿੱਤਾ, ਉਹਨੂੰ ਜਾਨ ਤੋਂ ਹੱਥ ਧੋਣੇ ਪਏ। ਹੁਣ ਜਦੋਂ ਇਹ ਘਰ ਨਾ ਪਰਤੇਗਾ, ਇਹਦੀ ਮਾਂ ਨੂੰ ਵੀ ਉਹਨੇ ਵੀ ਗਮ ਦੇ ਵਿੱਚ ਮਰ ਜਾਣਾ ਹੈ। ਬੜਾ ਵੱਡਾ ਪਾਪ ਹੋ ਗਿਆ, ਅੱਜ ਤੋਂ ਬਾਅਦ ਇਹ ਕਰਮ ਨਹੀਂ ਕਰਾਂਗਾ। ਪੂਰੀ ਨਿਰਾਸ਼ਾ ਦੇ ਨਾਲ ਭਰ ਗਿਆ, ਬੜਾ ਦੁਖੀ ਹੋਇਆ। ਘਰ ਗਿਆ ਅਤੇ ਘਰ ਜਾ ਕੇ ਨਿਰਾਸ਼ ਹੋ ਕੇ ਬਹਿ ਗਿਆ। ਉਹਦੀ ਮਾਤਾ ਕਹਿਣ ਲੱਗੀ ਕਿ ਅੱਜ ਕੋਈ ਡਾਕਾ ਮਾਰ ਕੇ ਕੋਈ ਧਨ ਆਦਿਕ ਲੁੱਟ ਕੇ ਨਹੀਂ ਲਿਆਇਆ? ਤਾਂ ਕਹਿਣ ਲੱਗਾ ਮੈਂ ਅੱਜ ਤੋਂ ਬਾਅਦ ਇਹ ਕਰਮ ਨਹੀਂ ਕਰਾਂਗਾ। ਕਹਿੰਦੀ ਕਿਉਂ? ਕਹਿਣ ਲੱਗਾ ਅੱਜ ਚੰਗੇ ਭਲੇ ਨੌਜਵਾਨ ਨੂੰ ਮਾਰ ਦਿੱਤਾ, ਪ੍ਰਾਪਤ ਕੇਵਲ ਇੱਕ ਕੌਡੀ ਹੋਈ। ਉਹਦੀ ਮਾਤਾ ਕਹਿੰਦੀ ਲਿਆ ਕੌਡੀ ਕਿੱਥੇ ਹੈ? ਉਹ ਕੌਡੀ ਲੈ ਕੇ ਚੀਵਰ ਦੇ ਕੋਲ ਗਈ, ਮਛੇਰੇ ਮੱਛੀਆਂ ਵਾਲੇ ਕੋਲ ਗਈ, ਮੱਛੀਆਂ ਦੇ ਬੜੇ ਪੂੰਗ ਲਿਆਈ, ਇੱਕ ਕੌਡੀ ਦੇ ਕਾਫੀ ਸਾਰੇ ਆ ਗਏ। ਤਾਂ ਆ ਕੇ ਉਹਦੇ ਸਾਹਮਣੇ ਕਹਿਣ ਲੱਗੀ ਕਿ ਤੂੰ ਇੱਕ ਬੰਦੇ ਨੂੰ ਮਾਰ ਕੇ ਇੱਕ ਜੇ ਕੌਡੀ ਪ੍ਰਾਪਤ ਹੋਈ ਉਹਦੇ ਬਦਲੇ ਨਿਰਾਸ਼ ਜਿਹਾ ਹੋ ਗਿਆ। ਆਹ ਦੇਖ ਤੇਰੀ ਇੱਕ ਕੌਡੀ ਬਦਲੇ ਕਿੰਨੇ ਮੱਛੀਆਂ ਦੇ ਪੂੰਗ ਆ ਗਏ ਨੇ, ਇਹਦੇ ਨਾਲ ਸਾਰੇ ਟੱਬਰ ਦਾ ਢਿੱਡ ਭਰ ਜਾਣਾ ਹੈ। ਤਾਂ ਇਸੇ ਪ੍ਰਕਾਰ ਜੇ ਇੱਕ ਚੀਵਰ ਨੇ ਇੱਕ ਕੌਡੀ ਬਦਲੇ ਇੰਨੀ ਮੱਛੀਆਂ ਦੇਣ ਦਾ ਪਾਪ ਕਰ ਲਿਆ ਹੈ, ਜਾਂ ਤੇਰੇ ਇੱਕ ਬੰਦਾ ਮਾਰਨ ਦੇ ਨਾਲ ਇੱਕ ਕੌਡੀ ਪ੍ਰਾਪਤ ਹੋਣ ਤੋਂ ਬਾਅਦ ਸਾਰੇ ਪਰਿਵਾਰ ਦਾ ਢਿੱਡ ਭਰ ਸਕਦਾ ਹੈ, ਤਾਂ ਤੇਰਾ ਕਰਮ ਕਿਵੇਂ ਮਾੜਾ ਹੋ ਸਕਦਾ ਹੈ? ਤੂੰ ਤਾਂ ਚੰਗਾ ਹੀ ਕੀਤਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਕਤ ਕੀ ਬੁਰੀ ਮਾਏ, ਕਿ ਉਹ ਪਹਿਲਾਂ ਤਾਂ ਪਾਪ ਕਰਮ ਵਾਲੇ ਪਾਸੇ ਪਾ ਦਿੰਦੀ ਹੈ। ਜੇ ਪਾਪ ਕਰਮ ਵਾਲੇ ਪਾਸੇ ਪੈ ਕੇ ਜੀਵ ਕਿਸੇ ਕਾਰਨ ਵਸ ਕਰਮ ਵਸ ਉਹਦੇ ਮੈਲ ਤੋਂ ਉੱਭਰਨ ਵੀ ਲੱਗੇ, ਉਹਨੂੰ ਫਿਰ ਉਸੇ ਕਰਮ ਵਾਲੇ ਪਾਸੇ ਫਸਾ ਦਿੰਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਕਤ ਕੀ ਬੁਰੀ ਮਾਏ, ਸਾਕਤ ਦੀ ਮਾਂ ਬੁਰੀ ਹੈ, ਦੂਜੇ ਪਾਸੇ ਸੰਤਾਂ ਦੀ ਕੂਕਰੀ ਵੀ ਚੰਗੀ ਹੈ ਜਿਹੜੀ ਨਾਮ ਜਸ ਸੁਣਦੀ ਹੈ। ਤਾਂ ਇਸੇ ਪ੍ਰਕਾਰ ਹੁਣ ਭਗਤ ਕਬੀਰ ਸਾਹਿਬ ਜੀ ਨੇ ਦੇਖੋ ਜਾਨਵਰ ਦੇ ਵਿੱਚ ਵੀ ਉੱਤਮਤਾ ਦੱਸੀ ਹੈ। ਜਾਨਵਰ ਦਾ ਉੱਤਮ ਦਾ ਮਤਲਬ ਕਿ ਉਂਝ ਅਸੀਂ ਜਾਨਵਰ ਨੂੰ ਕੋਈ ਬਹੁਤੇ ਵੱਡੇ ਗੁਣ ਜਾਂ ਕਿਸੇ ਬੜੀ ਵੱਡੀ ਮਹੱਤਤਾ ਦੇ ਵਿੱਚ ਨਹੀਂ ਰੱਖਦੇ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਰ ਜੇ ਜੀਵ ਅਧਿਆਤਮਿਕ ਕਰਮ ਨਹੀਂ ਕਰਦਾ ਜਾਂ ਸ਼ੁਭ ਕਰਮ ਨਹੀਂ ਕਰਦਾ, ਅਤੇ ਦੂਜੇ ਪਾਸੇ ਜਾਨਵਰ ਜੇ ਸ਼ੁਭ ਕਰਮਾਂ ਵਾਲੇ ਦੇ ਨੇੜੇ ਵੀ ਬੈਠਾ ਰਹਿੰਦਾ ਹੈ ਤਾਂ ਵੀ ਚੰਗਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਬੈਸਨੋਂ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ। ਹੁਣ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸ਼ਲੋਕ ਦੇ ਹੋਰ ਭਾਵ ਵੀ ਆਪਦੇ ਸਨਮੁਖ ਰੱਖਾਂ। ਬੈਸਨੋਂ ਕੀ ਕੂਕਰ ਭਲੀ, ਕਹਿੰਦੇ ਜਿਹੜਾ ਭਗਤੀ ਰੂਪ ਕਰਮ ਹੈ, ਅਗਰ ਉਹਦੇ ਨੇੜੇ ਕੂਕਰ ਭਾਵ ਵਫਾਦਾਰੀ ਦੇ ਵਜੋਂ ਬੈਠਾ ਵੀ ਜਾਵੇ ਤਾਂ ਵੀ ਚੰਗਾ ਹੈ। ਮਤਲਬ ਜਿਹੜਾ ਜਿਵੇਂ ਸ਼ਬਦ ਦਾ ਜ਼ਿਕਰ ਹੈ ਬੈਸਨੋਂ ਦਾ ਭਾਵ ਜਿਹੜਾ ਭਗਤੀ ਦਾ ਕਰਮ ਹੈ, ਅਗਰ ਇਹਦੇ ਨੇੜੇ ਸਾਡੀ ਮੱਤ ਨਹੀਂ ਵੀ ਕੰਮ ਕਰਦੀ, ਨਹੀਂ ਵੀ ਬੋਲਿਆ ਜਾਂਦਾ, ਜਿਵੇਂ ਕੂਕਰ ਨਹੀਂ ਬੋਲ ਸਕਦਾ, ਕੇਵਲ ਉਹ ਆਪਣੀ ਇੱਕ ਕਿਰਿਆ ਹੀ ਕਰ ਸਕਦਾ ਹੈ, ਅਗਰ ਨਹੀਂ ਵੀ ਕੀਤਾ ਜਾਂਦਾ, ਕੇਵਲ ਭਗਤੀ ਕਰਮ ਦੇ ਦੁਆਰ 'ਤੇ ਹੀ ਬੈਠਿਆ ਜਾਇਆ ਰਹੇ, ਉਹ ਵੀ ਚੰਗਾ ਹੈ। ਪਰ ਦੂਜੇ ਪਾਸੇ ਜੇ ਸਾਕਤ ਪੁਰਸ਼ ਹੋ ਕੇ ਜੇ ਮੱਤ ਹੈ, ਜੇ ਬੁੱਧੀ ਹੈ, ਤਾਂ ਜੇ ਉਹ ਵੀ ਸ਼ਾਕਤ ਬਿਰਤੀਆਂ ਵਾਲੀ ਜਾਂ ਮਾਇਆਵੀ ਬਿਰਤੀਆਂ ਵਾਲੀ ਹੋਈ ਤਾਂ ਉਸ ਮੱਤ ਦਾ ਵੀ ਕੋਈ ਪ੍ਰਯੋਜਨ ਨਹੀਂ ਹੈ। ਮਤਲਬ ਕੂਕਰ ਦਾ ਭਾਵ ਕਿ ਜੇ ਗਵਾਰਪੁਣਾ ਹੈ ਪਰ ਉਹ ਭਗਤੀ ਦੇ ਨੇੜੇ ਰਹਿੰਦਾ ਹੈ ਤਾਂ ਵੀ ਚੰਗਾ ਹੈ, ਪਰ ਦੂਜੇ ਪਾਸੇ ਜੇ ਮੱਤ ਹੈ, ਬੁੱਧੀ ਹੈ, ਪਰ ਉਹਦੇ ਅੰਦਰ ਮਨਮੁਖਤਾ ਜਾਂ ਸ਼ਾਕਤਤਾ ਵਾਸ ਕਰਦੀ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਵਿਅਰਥ ਹੈ। ਕਿਉਂਕਿ ਇਸ ਪ੍ਰਕਾਰ ਜਿਹੜੀ ਮੱਤ ਨਿਰਮਲ ਹੋਏਗੀ, ਜਦੋਂ ਭਗਤੀ ਕਰਮ ਦੇ ਨੇੜੇ ਬੈਠੇਗੀ ਤਾਂ ਇਹ ਨਿਰਮਲਤਾ ਨੂੰ ਗ੍ਰਹਿਣ ਕਰ ਲਏਗੀ। ਕਹਿੰਦੇ ਕਿਸੇ ਮਹਾਤਮਾ ਦੇ ਆਸ਼ਰਮ ਦੇ ਵਿੱਚ ਜਦੋਂ ਉਹਨੇ ਮਤਲਬ ਬਹੁਤ ਸਾਰੇ ਜਾਨਵਰ ਹੀ ਆਪਣੇ ਅੰਗੀ ਸੰਗੀ ਰੱਖੇ ਹੋਏ ਸਨ, ਤੋਤਾ ਰੱਖਿਆ ਸੀ, ਜਦੋਂ ਕੋਈ ਪ੍ਰਵੇਸ਼ ਕਰਨ ਲੱਗਦਾ ਸੀ ਸਾਰਿਆਂ ਨੂੰ ਰਾਮ ਰਾਮ ਆਖਦਾ ਸੀ। ਤਾਂ ਜਦੋਂ ਕੋਈ ਸਤਸੰਗੀਆਂ ਨੇ ਬੈਠਣ ਲੱਗਣਾ, ਉਹਨੇ ਕੂਕਰ ਰੱਖੇ ਹੋਏ ਸਨ, ਉਹ ਬਹਿਣ ਤੋਂ ਪਹਿਲਾਂ ਉਹਨਾਂ ਦੇ ਪੂਛ ਮਾਰ ਦਿੰਦੇ ਸਨ। ਇਸੇ ਪ੍ਰਕਾਰ ਮਤਲਬ ਉਹਨੇ ਸਾਰੇ ਰੱਖੇ ਹੋਏ ਸਨ ਇਸ ਤਰ੍ਹਾਂ ਦੇ ਜਾਨਵਰ, ਤਾਂ ਉਹ ਸਾਰਾ ਉਹਦੇ ਆਸ਼ਰਮ ਦਾ ਕੰਮ ਚਲਾਉਂਦੇ ਸਨ। ਤਾਂ ਉੱਥੇ ਕੋਈ ਜਗਿਆਸੂ ਚਲਾ ਗਿਆ ਤਾਂ ਉਹ ਕਹਿਣ ਲੱਗਾ ਕਿ ਇਹ ਕਿਵੇਂ ਸੰਭਵ ਹੋਇਆ। ਕਹਿੰਦੇ ਉਹ ਮਹਾਤਮਾ ਨੇ ਕਿਹਾ ਕਿ ਉਂਝ ਇਹਨਾਂ ਦਾ ਕੋਈ ਸੁਭਾਵ ਨਹੀਂ ਹੈ, ਪਰ ਪਸ਼ੂ ਦਾ ਇੱਕ ਸੁਭਾਵ ਹੈ ਕਿ ਬੜਾ ਸਮਾਂ ਬੈਠਾ ਰਹੇ ਤਾਂ ਇਹਦੇ ਅੰਦਰ ਦੀਆਂ ਹਿੰਸਕ ਪ੍ਰਵਿਰਤੀਆਂ ਜਿਹੜੀਆਂ ਹਨ ਉਹ ਬਦਲ ਜਾਂਦੀਆਂ ਹਨ। ਹੁਣ ਉਹੀ ਇੱਕ ਜਾਨਵਰ ਹੁੰਦਾ ਹੈ ਜਿਹੜਾ ਆਵਾਰਾ ਫਿਰਦਾ ਰਹੇ, ਉਹ ਹਿੰਸਕ ਹੋ ਜਾਂਦਾ ਹੈ। ਉਹਨੂੰ ਘਰ ਦੇ ਵਿੱਚ ਪਾਲ ਲਿਆ ਜਾਏ ਤਾਂ ਉਹ ਪਾਲਤੂ ਹੋ ਜਾਂਦਾ ਅਤੇ ਉਹ ਮਨੁੱਖੀ ਸੁਭਾਅ ਸਿੱਖਣਾ ਸ਼ੁਰੂ ਕਰ ਦਿੰਦਾ ਥੋੜ੍ਹਾ ਥੋੜ੍ਹਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਰ ਜਿਹੜੀ ਮੱਤ ਹੈ, ਇਸ ਮੱਤ ਦੇ ਵਿੱਚ ਜਦੋਂ ਵਕਾਰ ਵਸ ਜਾਂਦੇ ਨੇ ਤਾਂ ਮਨੁੱਖ ਨੂੰ ਹਵਾਨ ਬਣਾ ਦਿੰਦੀ ਹੈ। ਇਸੇ ਮੱਤ ਦੇ ਵਿੱਚ ਜੇ ਪ੍ਰਭੂ ਦੀ ਕੀਰਤੀ ਸ਼ੁਭ ਗੁਣ ਵਸ ਜਾਣ ਤਾਂ ਇਹ ਮੱਤ ਭਾਵ ਕਿ ਉੱਤਮ ਹੋ ਸਕਦੀ ਹੈ। ਭਾਵੇਂ ਜਿਵੇਂ ਬੱਚਾ ਉੱਤਮ ਹੋਵੇ ਅਤੇ ਮਾਂ ਨੂੰ ਆਪਣੇ ਆਪ ਲੋਕ ਚੰਗਾ ਕਹਿਣ ਲੱਗ ਪੈਂਦੇ ਹਨ, ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਰ ਮੱਤ ਉੱਤਮ ਹੋਈ ਅਤੇ ਤੇਰੇ ਜੀਵਨ ਦੇ ਬਾਕੀ ਕਰਮ ਆਪਣੇ ਆਪ ਉੱਤਮ ਹੋ ਜਾਣਗੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਉਹ ਨਿਤ ਸੁਨੈ ਹਰ
ਨਾਮ ਜਸ। ਤੇ ਜਿਹੜੀ ਮੱਤ ਦੇ ਵਿੱਚ ਪ੍ਰਭੂ ਦੀ ਕੀਰਤੀ ਦਾ ਉਪਦੇਸ਼ ਵਾਸ ਕਰ ਗਿਆ, ਫਿਰ ਉਹਨੂੰ ਇੱਕੋ ਹੀ ਗੱਲ ਲੱਗਦੀ ਹੈ ਕਿ ਮੈਂ ਪ੍ਰਭੂ ਦਾ ਜਸ ਹੀ ਸਰਵਣ ਕਰਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰ ਜਿਹੜੀ ਮੱਤ ਅਨੁਸਾਰੀ ਨਹੀਂ ਹੈ, ਸ਼ਾਕਤਤਾ ਦੇ ਤਹਿਤ ਭਰਮੀ ਹੋਈ ਹੈ, ਉਹਨੂੰ ਹਰ ਵੇਲੇ ਲੱਗਦਾ ਕਿ ਪਾਪ ਵਿਸਾਹ ਨ ਜਾਏ, ਕਿ ਪਾਪ ਕਰਮ ਹੀ ਕੀਤਾ ਜਾਏ। ਕਬੀਰ ਹਰਨਾ ਦੂਬਲਾ ਇਹ ਹਰਿਆਰਾ ਤਾਲ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਕਬੀਰ ਹਰਨਾ ਦੂਬਲਾ। ਹਰਨਾ ਦਾ ਭਾਵ ਹੈ ਹਰਨ, ਹਿਰਨ। ਦੂਬਲਾ ਦਾ ਭਾਵ ਹੈ ਮਾੜਾ ਲੱਸਾ, ਜਿਵੇਂ ਅਸੀਂ ਕਹਿੰਦੇ ਨਾ ਦੁਬਲਾ ਪਤਲਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹਰਨਾ ਦੂਬਲਾ ਇਹ ਹਰਿਆਰਾ ਤਾਲ। ਔਰ ਇਹ ਜਿਹੜਾ ਸਾਰਾ ਜੰਗਲ ਹੈ ਹਰਿਆਲੀ ਦੇ ਨਾਲ ਭਰਿਆ ਹੋਇਆ ਹੈ। ਲਾਖ ਅਹੇਰੀ, ਅਹੇਰੀ ਦਾ ਭਾਵ ਹੁੰਦਾ ਸ਼ਿਕਾਰੀ। ਆਖਦੇ ਹਨ ਏਕ ਜੀਉ ਮੈਂ ਇੱਕ ਜੀਵ ਹਾਂ, ਕੇਤਾ ਬੰਚੋ ਕਾਲ ਕਿਸ ਪ੍ਰਕਾਰ ਬਚ ਸਕਦਾ ਹਾਂ। ਹੁਣ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਕਬੀਰ ਹਰਨਾ ਦੂਬਲਾ। ਪਰਸੋਂ ਆਪ ਜੀ ਦੇ ਨਾਲ ਇੱਕ ਨੁਕਤਾ ਸਾਂਝਾ ਕੀਤਾ ਸੀ ਕਿ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਬੰਦਗੀ ਦਾ ਰੈਲਮ ਬੜਾ ਵੱਡਾ ਸਿਖਾਇਆ ਹੈ। ਬੰਦਗੀ ਦੇ ਰੈਲਮ ਦਾ ਭਾਵ ਦੇਖੋ, ਉਹਨਾਂ ਦੀ ਹਰ ਕਿਰਿਆ ਭਗਤੀ ਦੇ ਨਾਲ ਜੁੜੀ ਹੋਈ ਹੈ। ਉਹਨਾਂ ਦਾ ਦੇਖਣਾ, ਉਹਨਾਂ ਦਾ ਚੱਲਣਾ, ਸਾਰਾ ਕੁਝ ਭਗਤੀ ਕਰਮ ਦੇ ਨਾਲ, ਗਿਆਨ ਦੇ ਨਾਲ ਜੁੜਿਆ ਹੋਇਆ। ਹੁਣ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਥੋੜ੍ਹਾ ਜਲ ਮਾਛੁਲੀ, ਯਕੀਨਨ ਹੈ ਕੋਈ ਉਹੋ ਜਿਹਾ ਛੋਟਾ ਮੋਟਾ ਜਿਹਾ ਮਛੇਰਾ ਉਹ ਛੱਪੜ ਦੇ ਵਿੱਚੋਂ ਮੱਛੀਆਂ ਫੜ ਰਿਹਾ ਹੋਏਗਾ, ਤਾਂ ਭਗਤ ਕਬੀਰ ਸਾਹਿਬ ਜੀ ਗਿਆਨਾਤਮਕ ਉਪਦੇਸ਼ ਦੇ ਵਿੱਚ ਉਹਨੂੰ ਲੈ ਲੈਂਦੇ ਹਨ। ਇਸੇ ਪ੍ਰਕਾਰ ਬੈਸਨੋਂ ਕੀ ਕੂਕਰ ਭਲੀ, ਦੇਖਿਆ ਹੋਏਗਾ ਕੋਈ ਇਸ ਤਰ੍ਹਾਂ ਦੀ ਕੂਕਰੀ ਸੰਤਾਂ ਦੀ ਕਿ ਜਿਹੜੀ ਫਿਰ ਵੀ ਥੋੜ੍ਹੀ ਠੀਕ ਭਾਵ ਦੇ ਵਿੱਚ ਰਹਿੰਦੀ ਹੈ, ਪਰ ਸਾਕਤ ਦੀ ਮਾਂ ਗਲਤ ਵਿਵਹਾਰ ਕਰਦੀ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹਰਨਾ ਦੂਬਲਾ। ਇਹ ਜੰਗਲ ਦਾ ਦ੍ਰਿਸ਼ ਹੈ ਕਿ ਇਹ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਿਰਨ ਮਾੜਾ ਲਿੱਸਾ ਹੈ, ਭਾਵ ਕਿ ਮੇਰਾ ਸਰੀਰ, ਮੇਰਾ ਜੀਵਨ ਜਿਹਦੇ ਵਿੱਚ ਬੰਦਗੀ ਦੀ ਰਾਸ ਨਹੀਂ ਹੈ, ਜਿਹਦੇ ਵਿੱਚ ਸ਼ੁਭ ਗੁਣਾਂ ਦੀ ਕਰਨੀ ਨਹੀਂ ਹੈ, ਜਿਹਦੇ ਵਿੱਚ ਗਿਆਨ ਦਾ ਧਨ ਮੇਰੇ ਕੋਲ ਨਹੀਂ ਹੈ, ਗਿਆਨ ਦਾ ਧਨ ਨਾ ਕੋਲ ਹੋਣ ਕਰਕੇ, ਸ਼ੁਭ ਗੁਣਾਂ ਦੀ ਰਾਸ ਪੱਲੇ ਨਾ ਹੋਣ ਕਰਕੇ, ਉੱਤਮ ਕਰਨੀ ਦੇ ਸਹਿਤ ਜੀਵਨ ਨਾ ਹੋਣ ਕਰਕੇ ਮੈਂ ਦੁਬਲਾ ਮਾੜਾ ਪਤਲਾ ਹਾਂ, ਕਮਜ਼ੋਰ ਹਾਂ। ਇਹ ਹਰਿਆਰਾ ਤਾਲ। ਪਰ ਦੂਜੇ ਪਾਸੇ ਜਿਹੜੀ ਹਰਿਆਲੀ ਹੈ ਵਕਾਰਾਂ ਦੀ, ਭਾਵ ਕਿ ਜਿਹੜਾ ਆਲੇ ਦੁਆਲੇ ਸੰਸਾਰ ਹੈ ਮੇਰਾ, ਜਿਹੜਾ ਉਹ ਦੁਨੀਆ ਦੇ ਰਸਾਂ ਕਸਾਂ ਦੇ ਨਾਲ ਬੜਾ ਹਰਿਆਲਾ ਭਰਿਆ ਨਜ਼ਰ ਆਉਂਦਾ ਹੈ। ਅਤੇ ਕਹਿੰਦਾ ਮੇਰਾ ਜੀਅ ਕਰਦਾ ਉੱਧਰ ਭੱਜਣ ਨੂੰ, ਪਰ ਕੀ ਕਰਾਂ, ਲਾਖ ਅਹੇਰੀ। ਪਰ ਇਹਨਾਂ ਪੰਜਾਂ ਵਕਾਰਾਂ ਦੇ ਬਦਲੇ ਮੁੜ ਕੇ ਅਨੇਕਾਂ ਪਾਪ ਕਰਮਾਂ ਰੂਪ ਸ਼ਿਕਾਰੀ ਬੈਠੇ ਹਨ, ਜਿਨ੍ਹਾਂ ਨੇ ਮੈਨੂੰ ਪਕੜ ਲੈਣਾ। ਅਤੇ ਏਕ ਜੀਓ ਮੈਂ ਇਕੱਲਾ ਹਾਂ, ਕੇਤਾ ਬੰਚੋ ਕਾਲ। ਕਿੰਨੀ ਕੁ ਵਾਰੀ ਇਹਨਾਂ ਪਾਪਾਂ ਦੀ ਮਾਰ ਤੋਂ, ਗੁਨਾਹਾਂ ਦੀ ਮਾਰ ਤੋਂ ਬਚ ਸਕਾਂਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਇਸ ਸ਼ਲੋਕ ਦੇ ਵਿੱਚ ਸਾਡੀ ਉਹ ਅਵਸਥਾ ਦੱਸੀ ਹੈ ਜਦੋਂ ਸਾਨੂੰ ਨਾ ਜੀਵਨ ਦੇ, ਮੈਂ ਕਈ ਐਸੇ ਅਨੁਭਵ ਦੇਖੇ, ਮਤਲਬ ਕਈ ਅਨੁਭਵ ਹੈ ਕਿ ਉਮਰ ਦੀ ਵੱਡੀ ਤਲ ਦੀ ਗੱਲ ਕਰਕੇ ਜ਼ਿਆਦਾ ਸਮਝ ਆ ਜਾਏਗਾ। ਬੜੇ ਐਸੇ ਬਜ਼ੁਰਗਾਂ ਨੇ ਮੇਰੇ ਸਾਹਮਣੇ ਇਕਬਾਲ ਕੀਤਾ ਹੈ ਕਿ ਜ਼ਿੰਦਗੀ ਬੜੀ ਬਤੀਤ ਹੋ ਗਈ ਹੈ, 60-70 ਸਾਲ ਤੱਕ ਵੀ ਚਲੀ ਗਈ ਹੈ, 80 ਸਾਲ ਤੱਕ ਵੀ ਚਲੀ ਗਈ ਹੈ, ਪਰ ਹੈਰਾਨਗੀ ਦੀ ਗੱਲ ਹੈ, ਇਕਬਾਲ ਕੀਤਾ ਉਹਨਾਂ ਸਾਹਮਣੇ ਬਿਲਕੁਲ, ਕਿ ਅਜੇ ਤੱਕ ਅੰਦਰੋਂ ਵਾਸਨਾ ਨਹੀਂ ਮਰੀ, ਅਜੇ ਤੱਕ ਵੀ ਦੇਖਣ ਦੀ ਚਾਹਤ ਹੈ। ਤਾਂ ਭਗਤ ਕਬੀਰ ਸਾਹਿਬ ਜੀ, ਇਹ ਮਨੁੱਖ ਦੀ ਇੱਕ ਆਪਣੀ ਮਨੋਵਿਗਿਆਨਕ ਸਮੱਸਿਆ ਹੈ। ਇਹ ਕੋਈ ਕਿਸੇ ਇੱਕ ਦੀ ਗੱਲ ਨਹੀਂ ਹੋ ਸਕਦੀ, ਸਭ ਦੀ ਵੀ ਹੋ ਸਕਦੀ ਹੈ। ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹਰਨਾ ਦੂਬਲਾ। ਸਰੀਰ ਮਾੜਾ ਲਿੱਸਾ ਹੋ ਗਿਆ, ਅੱਖਾਂ ਦੀ ਜੋਤ ਮੰਦ ਪੈ ਗਈ, ਕੰਨਾਂ ਦਾ ਸੁਣਨਾ ਘਟ ਗਿਆ, ਸਰੀਰ ਕੰਮ ਨਹੀਂ ਕਰਦਾ। ਪਰ ਇਹ ਹਰਿਆਰਾ ਤਾਲ। ਪਰ ਜਿਹੜੇ ਵਿਸ਼ਿਆਂ ਵਿਕਾਰਾਂ ਦੇ ਰੰਗ ਨੇ ਅਜੇ ਵੀ ਚੰਗੇ ਲੱਗਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਇੱਕ ਹਾਲਤ ਹੈ। ਪਰ ਦੂਜੀ ਹਾਲਤ ਕੀ ਹੈ, ਜੇ ਮਨੁੱਖ ਜਾਗ ਜਾਵੇ ਕਿ ਲਾਖ ਅਹੇਰੀ ਏਕ ਜੀਓ, ਅਤੇ ਜਿਹੜੇ ਵਿਸ਼ਿਆਂ ਦਾ ਅਜੇ ਤੱਕ ਆਕਰਸ਼ਣ ਬਣਿਆ ਹੋਇਆ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਬੜੇ ਥਾਵਾਂ 'ਤੇ ਫਸਾ ਦੇਗਾ। ਇਸ ਕਰਕੇ ਮਨੁੱਖ ਕਿੱਥੋਂ ਕਿੱਥੋਂ ਕਾਲ ਦੀ ਮਾਰ ਤੋਂ ਬਚ ਸਕਦਾ। ਅਜੇ ਵੀ ਕਹਿੰਦੇ ਵਾਸਨਾ ਠੱਗਣ ਨੂੰ ਫਿਰਦੀ ਹੈ। ਤਾਂ ਇੱਕ ਨਾ ਲੌਕਿਕ ਪ੍ਰਮਾਣ ਆਪਦੇ ਸਨਮੁਖ ਰੱਖਾਂ। ਕਹਿੰਦੇ ਇੱਕ ਬਘਿਆੜ ਬੁੱਢਾ ਹੋ ਗਿਆ, ਇੱਕ ਨਦੀ ਦੇ ਪਰਲੇ ਪਾਸੇ ਜਿੱਥੋਂ ਉੱਚਾਈ ਤੋਂ ਪਾਣੀ ਵਹਿੰਦਾ ਸੀ ਉੱਥੇ ਬੈਠਾ ਹੋਇਆ ਸੀ, ਅਤੇ ਜਿਹੜੇ ਮੇਮਣੇ ਸਨ, ਕੁਛ ਛੋਟੀਆਂ ਭੇਡਾਂ ਆਦਿਕ, ਉਹ ਨਦੀ ਦੇ ਦੂਜੇ ਤਰਫ ਚੁਗ ਰਹੀਆਂ ਸਨ। ਉੱਥੇ ਘਾਹ ਥੋੜ੍ਹਾ ਸੀ। ਉਹ ਬਘਿਆੜ ਕਹਿਣ ਲੱਗਾ ਕਿ ਇੱਧਰ ਜਿਹੜਾ ਹੈ ਨਾ ਘਾਹ ਥੋੜ੍ਹਾ ਹੈ, ਸੁੱਕਾ ਹੈ, ਮਾੜਾ ਘਾਹ ਹੈ, ਇੱਧਰ ਮੇਰੀ ਤਰਫ ਆ ਜਾਓ, ਇੱਧਰ ਘਾਹ ਚੰਗਾ ਹੈ, ਜ਼ਿਆਦਾ ਹਰਿਆਲਾ ਭਰਿਆ ਹੈ। ਉਹਨਾਂ ਨੇ ਵਿਸ਼ਵਾਸ ਕਰ ਲਿਆ। ਉਹਨਾਂ ਸੋਚਿਆ ਕਿ ਸਾਡਾ ਭਲਾ ਸੋਚਦਾ ਹੈ। ਉਹ ਭੇਡਾਂ ਮੇਮਣੇ ਉੱਧਰਲੇ ਪਾਸੇ ਚਲੇ ਗਏ। ਜਦੋਂ ਹੀ ਕੋਲ ਗਏ, ਕਿਉਂਕਿ ਬੁੱਢਾ ਸੀ ਹੁਣ, ਆਪ ਤਾਂ ਛਾਲ ਮਾਰ ਨਹੀਂ ਸੀ ਸਕਦਾ ਬਘਿਆੜ,
ਉਹ ਜਦੋਂ ਨੇੜੇ ਹੋਏ ਉਹਨੇ ਮਾਰੀ ਝਪਟ ਤੇ ਉਹਨਾਂ ਨੂੰ ਸ਼ਿਕਾਰ ਕਰਕੇ ਖਾ ਗਿਆ। ਇਹਦਾ ਮਤਲਬ ਹੈ ਕਿ ਜਦੋਂ ਮਨੁੱਖ ਵਾਸਨਾ ਦੇ ਤਲ 'ਤੇ ਬੁੱਢਾ ਹੋ ਜਾਂਦਾ, ਐਸੇ ਕਰਮ ਉਹਦੇ ਕੋਲੋਂ ਹੁੰਦੇ ਹੀ ਨੇ। ਇਸ ਕਰਕੇ ਸਤ ਸੰਗਤ ਰੋਜ਼ਾਨਾ ਦੀ ਤਾਂ ਜ਼ਰੂਰੀ ਹੈ। ਮੈਂ ਕਿਸੇ ਦਿਨ ਦਾ ਇਹ ਪਰਸਪੈਕਟਿਵ ਬਣਾ ਰਿਹਾ ਕਿ ਕੋਈ 100 ਕੁ ਕਾਰਨ ਬਣਾਇਆ ਜਾਵੇ ਕਿ ਸਤ ਸੰਗਤ ਕਿਉਂ ਜ਼ਰੂਰੀ ਹੈ। ਅਤੇ ਉਹਦੇ ਵਿੱਚ ਸਤ ਸੰਗਤ ਇਸ ਕਰਕੇ ਵੀ ਜ਼ਰੂਰੀ ਹੈ ਕਿ ਜਿਹੜੀ ਵਾਸਨਾ ਦਾ ਪੱਧਰ ਮਰਨ ਦੇ ਤੱਕ ਚੱਲਦਾ ਹੈ, ਰੋਜ਼ਾਨਾ ਸਾਧ ਸੰਗਤ ਕਰਦੇ ਰਹੀਏ ਤਾਂ ਕਿ ਕਿਤੇ ਨਾ ਕਿਤੇ ਤਾਂ ਜਾ ਕੇ ਇਹਦਾ ਭਾਵ ਛੋਟਾ ਰਹਿ ਜਾਵੇ, ਕਿਤੇ ਨਾ ਕਿਤੇ ਤੇ ਜਾ ਕੇ ਵਾਸਨਾ ਦਾ ਜਿਹੜਾ ਰਸਾਇਣਕ ਪ੍ਰਭਾਵ ਜਾਂ ਜਿਹੜਾ ਸਿਮਰਤੀ ਪ੍ਰਭਾਵ ਜਾਂ ਜਿਹੜਾ ਚਿੰਤਨ ਭਾਵ ਚੱਲਦਾ ਹੈ, ਕਿਤੇ ਨਾ ਕਿਤੇ ਤਾਂ ਜਾ ਕੇ ਬੰਦੇ ਦਾ ਮਰ ਹੀ ਜਾਵੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਹਰ ਨਾ ਦੂਬਲਾ, ਮੈਂ ਆਪਣੇ ਜੀਵਨ ਨੂੰ ਵਾਚ ਰਿਹਾ ਹਾਂ ਕਿ ਸ਼ੁਭ ਕਰਮ ਕੀਤੇ ਨਹੀਂ, ਪਰ ਵਿਕਾਰਾਂ ਦੇ ਵੱਲ ਭੱਜਣ ਨੂੰ ਬੜਾ ਜੀ ਕਰਦਾ ਹੈ। ਇਸੇ ਪ੍ਰਕਾਰ ਭਗਤੀ ਰੂਪ ਕਰਮ ਕੀਤਾ ਨਹੀਂ, ਪਰ ਕੂੜ ਕਰਮ ਕਰਨ ਵੇਲੇ ਹਰ ਪਾਸੇ ਧਿਆਨ ਰਹਿੰਦਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਲਿਆਖ ਅਹੇਰੀ ਏਕ ਜੀਉ, ਤਾਂ ਮੈਂ ਸੋਚਦਾ ਕਿ ਕੰਮ ਇੱਕ ਕਰਾਂਗਾ, ਮਤਲਬ ਵਕਾਰ ਇੱਕ ਮੇਰੇ ਅੰਦਰ ਦਾਖਲ ਹੋਏਗਾ, ਪਰ ਉਹਨੇ ਗੁਨਾਹ ਮੇਰੇ ਕੋਲ ਲੱਖਾਂ ਕਰਵਾ ਦੇਣੇ ਹਨ। ਇਸ ਕਰਕੇ ਕਹਿੰਦੇ ਕੇਤਾ ਬੰਚੋ ਕਾਲ, ਫਿਰ ਬਚਣ ਦਾ ਢੰਗ ਕੀ ਹੈ, ਕਿਸ ਪ੍ਰਕਾਰ ਇਹਨਾਂ ਤੋਂ ਬਚਿਆ ਜਾ ਸਕਦਾ ਹੈ। ਭਾਵ ਕਿ ਜਦੋਂ ਜੀਵਨ 'ਚ ਸ਼ੁਭ ਗੁਣ ਨਹੀਂ ਹਨ ਤਾਂ ਫਿਰ ਮਾੜੇ ਗੁਣ ਵੀ ਨਹੀਂ ਹੋਣੇ ਚਾਹੀਦੇ। ਅਤੇ ਜੇ ਮਾੜੇ ਗੁਣਾਂ ਦੀ ਰਾਸ ਖਤਮ ਕਰਨੀ ਹੈ ਤਾਂ ਸ਼ੁਭ ਗੁਣਾਂ ਦਾ ਦ੍ਰਿੜ ਅਭਿਆਸ ਕਰਨਾ ਚਾਹੀਦਾ ਹੈ, ਤਾਂ ਕਿ ਜਿਹੜੀ ਕਾਲ ਦੀ ਪਾਪ ਰੂਪ ਮਾਰ ਹੈ। ਹੁਣ ਦੋ ਗੱਲਾਂ ਨੇ ਇਹਦੇ ਵਿੱਚ, ਬੰਦੇ ਨੂੰ ਸਰੀਰਕ ਤੌਰ 'ਤੇ ਸੱਟ ਪਹੁੰਚੇ ਨਾ, ਉਹ ਬੜੀ ਜਲਦੀ ਮਹਿਸੂਸ ਹੋ ਜਾਂਦੀ ਹੈ, ਪਰ ਕਿਸੇ ਵਕਾਰ ਦੇ ਹੱਥੋਂ ਖੁਆਰ ਹੋਵੇ ਬੰਦਾ, ਇਹ ਬਹੁਤ ਘੱਟ ਮਹਿਸੂਸ ਹੁੰਦਾ। ਗੁਰਬਾਣੀ 'ਚ ਨਾ ਇੱਕ ਵਾਕ ਆਉਂਦਾ ਭਗਤ ਰਵਿਦਾਸ ਜੀ ਦਾ, ਉਹ ਸ਼ਬਦ ਵਰਤਦੇ ਹਨ, ਇਨ ਦੂਤਨ ਖਲ ਵੱਧ ਕਰ ਮਾਰਿਓ। ਕਹਿੰਦੇ ਇਹਨਾਂ ਵਕਾਰਾਂ ਨੇ ਮੈਨੂੰ ਪਤਾ ਕਿਵੇਂ ਕੁੱਟਿਆ, ਜਿਵੇਂ ਬੰਦੇ ਨੂੰ ਬੰਨ੍ਹ ਕੇ ਕੁੱਟੀਦਾ, ਕਿ ਮਤਲਬ ਉਹ ਹੱਥ ਪੈਰ ਵੀ ਨਹੀਂ ਹਿਲਾ ਸਕਦਾ। ਕਹਿੰਦੇ ਇਵੇਂ ਵਕਾਰਾਂ ਨੇ ਮਨੁੱਖ ਨੂੰ ਜਕੜ ਕੇ ਮਾਰਿਆ ਹੋਇਆ। ਪਰ ਵੱਡੀ ਗੱਲ ਹੈ ਕਿ ਬੰਦੇ ਨੂੰ ਇਹ ਮਹਿਸੂਸ ਨਹੀਂ ਹੁੰਦਾ। ਹੁਣ ਬੰਦੇ ਨੂੰ ਕੁਦਰਤੀ ਬਾਕੀ ਸਾਰਾ ਕੁਝ ਮਹਿਸੂਸ ਹੁੰਦਾ, ਥੋੜ੍ਹੀ ਗਰਮੀ ਵੱਧ ਜੇ ਝੱਟ ਮਹਿਸੂਸ ਹੋ ਜਾਂਦਾ ਕੁਝ ਵੀ, ਪਰ ਉਹਨੂੰ ਕਦੀ ਇਹ ਨਹੀਂ ਹੋਇਆ ਕਿ ਮੇਰੇ ਅੰਤਰ ਮਨ ਨੂੰ ਕਿਹੜੇ ਵਕਾਰਾਂ ਨੇ ਕਿੰਨੀ ਵਾਰੀ ਕੋਇਆ ਹੈ। ਜਿਵੇਂ ਕਈ ਵਾਰੀ ਬੰਦਾ ਕ੍ਰੋਧ ਦੀ ਅਗਨ ਦੇ ਅਧੀਨ ਹੋ ਜਾਂਦਾ ਹੈ, ਸਾਰੇ ਪਰਿਵਾਰ ਦੇ ਲਈ ਭਾਂਬੜ ਬਣ ਜਾਂਦਾ ਹੈ, ਪਰ ਉਹਨੂੰ ਮਹਿਸੂਸ ਨਹੀਂ ਹੁੰਦਾ ਕਿ ਅਸਲ ਉਹ ਸਮਝਦਾ ਹੈ ਕਿ ਮੇਰਾ ਦਬਕਾ ਬੜਾ ਕਾਮਯਾਬ ਹੈ, ਸਾਰੇ ਪਰਿਵਾਰ ਵਾਲੇ ਮੇਰੇ ਤੋਂ ਡਰਦੇ ਨੇ। ਪਰ ਇਹ ਨਹੀਂ ਪਤਾ ਕਿ ਤੈਨੂੰ ਤਾਂ ਕ੍ਰੋਧ ਨੇ ਬੰਨ੍ਹ ਕੇ ਤੇ ਪੂਰੀ ਤਰ੍ਹਾਂ ਕੁੱਟਿਆ ਹੋਇਆ ਹੈ। ਇਸ ਕਰਕੇ ਤੂੰ ਸਾਰੇ ਪਰਿਵਾਰ ਦੇ ਭਾ ਦੀ ਮੁਸੀਬਤ ਬਣਿਆ, ਸਮਾਜ ਦੇ ਭਾ ਦੀ ਮੁਸੀਬਤ ਬਣਿਆ। ਇਸ ਕਰਕੇ ਉਹ ਗੁਰਬਾਣੀ 'ਚ ਵਾਕ ਹੁੰਦਾ, ਇਨ ਦੂਤਨ ਖਲ ਵੱਧ ਕਰ ਮਾਰਿਓ। ਤਾਂ ਅੱਗੇ ਸ਼ਬਦ ਹੈ, ਬੜੋ ਨਿਲਾਜ ਅਜਹੂ ਨਹੀਂ ਹਾਰਿਓ। ਕਹਿੰਦੇ ਬਈ ਐਡਾ ਮਾੜਾ ਜੀਵਨ ਹੈ ਕਿ ਇੰਨੀ ਮਾਰ ਖਾਣ ਤੋਂ ਬਾਅਦ, ਜਿਵੇਂ ਕਈ ਅਪਰਾਧੀ ਬੜੇ ਢੀਠ ਹੋ ਜਾਂਦੇ ਨੇ, ਉਹਨਾਂ ਨੂੰ ਵੱਡੇ ਤੋਂ ਵੱਡਾ ਕਸ਼ਟ ਵੀ ਦੇ ਦਈਏ ਤਾਂ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਮਨ ਨੂੰ ਇੰਨਾ ਵਕਾਰਾਂ ਨੇ ਕੋਹ ਕੇ ਨਿਕੰਮਾ ਕਰ ਦਿੱਤਾ ਹੈ, ਪਰ ਐਸਾ ਮਨ ਹੈ ਕਿ ਅਜੇ ਵੀ ਉਸ ਮਾਰ ਪੈਣ ਤੋਂ ਹਟਦਾ ਨਹੀਂ, ਆਪਣੇ ਆਪ ਨੂੰ ਨਹੀਂ ਬਚਾਉਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਲਾਖ ਅਹੇਰੀ ਏਕ ਜੀਓ, ਕੇਤਾ ਬੰਚੋ ਕਾਲ, ਇੱਕ ਪਾਪ ਕਰਮ। ਜੈਨ ਮਤ ਹੈ ਨਾ, ਜੈਨ ਮਤ ਦੇ ਵਿੱਚ ਇੱਕ ਉਹਨਾਂ ਦਾ 108 ਸੂਤਰੀ ਸਿਧਾਂਤ ਮਿਲਦਾ। ਉਹਦੇ ਵਿੱਚ ਉਹਨਾਂ ਨੇ ਨਾ ਇੱਕ ਗੱਲ ਬਣਾ ਕੇ ਦੱਸੀ ਹੈ ਕਿ ਅਗਰ ਤੁਹਾਡੇ ਅੰਦਰ ਲੋਭ ਆ ਗਿਆ, ਇੱਕ ਵਾਰੀ ਲੋਭ ਇੱਕ ਹੈ, ਅੱਗੇ ਉਹਦੇ 108 ਸੂਤਰ ਨੇ। 108 ਜਿਹੜੀ ਮਾਲਾ ਬਣਾਈ ਉਹਨਾਂ ਵੀ ਇਸੇ ਕਰਕੇ ਬਣਾਈ, 8 ਸੂਤਰ ਬਣਾਏ ਨੇ। ਅਤੇ ਲੋਭ ਦੇ 108 ਸੂਤਰ ਜੇ ਕਦੇ ਆਪ ਜੀ ਪੜ੍ਹੋ ਤਾਂ ਹੈਰਾਨ ਹੋ ਜਾਓਗੇ ਕਿ ਸਾਨੂੰ ਤਾਂ ਇਹਨਾਂ ਬਾਰੇ ਕੁਝ ਵੀ ਨਹੀਂ ਪਤਾ। ਇਸ ਕਰਕੇ ਸ਼ਬਦ ਵਿਚਾਰ ਤਾਂ ਜ਼ਰੂਰੀ ਹੈ ਕਿ ਮਨੁੱਖ ਆਪਣੇ ਗਿਆਨਮਈ ਜੀਵਨ ਨੂੰ ਜਿਉਵੇ, ਪਹਿਲਾਂ ਗਿਆਨਮਈ ਜੀਵਨ ਨੂੰ ਜਿਉਵੇ, ਫਿਰ ਆਪਣੇ ਕਰਮ ਦੀ ਪ੍ਰੇਰਣਾ ਪੈਦਾ ਕਰੇ, ਅਤੇ ਫਿਰ ਬੰਦਗੀ ਦਾ ਅਭਿਆਸ ਪੈਦਾ ਹੋਵੇ, ਅਤੇ ਫਿਰ ਉਹ ਸਾਧਨਾ ਕਰਕੇ ਗੁਰਮੁਖ ਹੋ ਜਾਵੇ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ 4 ਸ਼ਲੋਕਾਂ ਦੇ ਉਪਦੇਸ਼ ਦੁਆਰਾ ਸਾਨੂੰ ਬਖਸ਼ਿਸ਼ ਕਰਦੇ ਹਨ ਕਿ ਪ੍ਰਭੂ ਮਾਰਗ 'ਤੇ ਚੱਲਣਾ ਹੈ। ਅਗਰ ਥੋੜ੍ਹਾ ਖਾਰਾਪਣ, ਦੁੱਖਾਂ ਦਾ ਜਾਂ ਵਿਪਰੀਤ ਹਾਲਾਤਾਂ ਦਾ ਸਾਹਮਣਾ ਕਰਨਾ ਪਵੇ ਤਾਂ ਘਬਰਾਉਣਾ ਨਹੀਂ ਚਾਹੀਦਾ। ਇਸੇ ਪ੍ਰਕਾਰ ਜਿਨ੍ਹਾਂ ਕੋਲ ਮਲਾਹ ਨਹੀਂ ਹੁੰਦਾ, ਉਹਨਾਂ ਦੀ ਬੇੜੀ ਆਖਰ ਸਾਗਰ ਦੇ ਵਿੱਚ ਡਗਮਗਾ ਜਾਂਦੀ ਹੈ। ਇਸ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਪੈਣ ਲਈ ਸਮੇਂ ਸਿਰ ਗੁਰੂ ਦੀ ਸ਼ਰਨ ਪਕੜ ਲੈਣੀ ਜ਼ਰੂਰੀ ਹੈ। ਇਸੇ ਪ੍ਰਕਾਰ ਜਾਨਵਰ ਵੀ ਉੱਤਮ ਨੇ ਅਗਰ ਉਹ ਸੰਤ ਜਨਾਂ ਦੀ ਸ਼ਰਨ ਵਿੱਚ ਰਹਿੰਦੇ ਨੇ, ਅਤੇ ਮਨੁੱਖ ਤ੍ਰਿਕਾਰ ਹੈ ਅਗਰ ਉਹ ਕਿਸੇ ਗਲਤ ਕਰਮਾਂ ਦੀ ਸੰਗਤ ਵਿੱਚ ਰਹਿੰਦਾ ਹੈ। ਤਾਂ ਇਸੇ ਪ੍ਰਕਾਰ ਸੰਸਾਰ ਦੇ ਵਿਸ਼ੇ ਵਿਕਾਰ ਅੰਤ ਤੱਕ ਭਰਮਾਉਂਦੇ ਹਨ। ਅੰਤ ਤੱਕ ਭਰਮਣ ਤੋਂ ਬਚਣ ਦੇ ਲਈ ਜ਼ਰੂਰੀ ਹੈ ਕਿ ਆਪਣੇ ਜੀਵਨ ਨੂੰ ਸਤ ਸੰਗਤ ਵਿੱਚ ਜੁੜ ਕੇ ਰੋਜ਼ਾਨਾ ਨਿਰਮਲ ਕਰਦੇ ਰਹੀਏ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ
ਸਫਲ ਹੋਵੇ ਜੀ। ਪਾਵਨ ਸ਼ਲੋਕਾਂ ਦੀ ਲੜੀਵਾਰ ਕਥਾ ਦੇ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਸੇਵਾ ਰੂਪ ਵਿੱਚ, ਵਿਚਾਰ ਰੂਪ ਦੇ ਵਿੱਚ ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।